स्वागत। गल्लां ते गीत देख रहे सारे ही दर्शकों का निघा स्वागत कर दिया। मैं हाँ परमवीर। कहते ने जिंदगी बहुत ही अनमोल होंदी है, पर एक इंसान इहो जिहा है जिन्होंने असी अज अपने स्टूडियो के सद्दा दिता है। उन्होंने जिंदगी बहुत ही अनमोल है। एक ऐसी शख्सियत जिन्होंने बचपन दे विच अपनी अखां की रोशनी गवा ली, पर अपनी मेहनत संघर्ष ते जनून दे नाल अपनी जिंदगी नूं रोशनाया और नाल दी नाल दूसरियां दी जिंदगी दे विच भी रोशनी लियांदी। बहुत सारे सितारियां नूं इन्हां ने जन्म दिता। कहा जाता है कि इन्हां ने इन्नी मेहनत की है कि एक आम इंसान जिहड़ा है उत्थे तक जिस अज मुकाम ते पहुंचे ने उत्थे पहुंचण नूं शायद बहुत समा लग जाए। मैनूं लगदा है कि शायद नामुमकिन ही होएगा। तुसीं सोच रहे होगे कि ऐसी किहड़ी शख्सियत है अज जिन्हां नूं असीं तुहाडे रूबरू करना है। बिल्कुल असीं तुहानूं मिलाउने आ जी। साडे कोल पहुंचे ने प्रोफैसर चमन लाल भल्ला जी, जो कि क्लासिकल सिंगर ने और रिटायर्ड प्रोफैसर ने पंजाब एग्रीकल्चर यूनीवर्सिटी तो, और गीत गज़ल शबद भजन दे विच इन्हां ने महारत हासिल की है। और तुहानूं दस दईए कि रेडियो दे ए ग्रेड आर्टिस्ट ने। तुहाडा बहुत बहुत स्वागत करते हैं प्रोग्राम दे विच। शुक्रिया। बहुत सारे सितारिਆਂ ਨੂੰ ਤੁਸੀਂ जन्म दिता है। बहुत सारे सितारे ਜਿਹੜੇ ਆ ਤੁਹਾਡੇ ਤੋਂ ਸਿੱਖ ਕੇ ਅੱਜ ਬਾਲੀਵੁੱਡ ਤੇ ਬਾਲੀਵੁੱਡ ਦੇ ਵਿੱਚ ਧੁੰਮਾਂ ਮਚਾ ਰਹੇ ਨੇ ਗਾ ਕੇ ਆਪਣੀ ਗਾਇਕੀ ਦੇ ਨਾਲ। ਅਸੀਂ ਚਾਹੁੰਦੇ ਹਾਂ ਕਿ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਬਾਅਦ 'ਚ ਕਰਾਂਗੇ, ਕਿਉਂਕਿ ਸੰਗੀਤ ਜਿਹੜਾ ਹੈ ਕਹਿੰਦੇ ਰੂਹ ਦੀ ਖੁਰਾਕ ਹੈ। ਆਪਾਂ ਪਹਿਲਾਂ ਰੂਹ ਦੀ ਖੁਰਾਕ ਜਿਹੜੀ ਹੈ ਉਹੀ ਲੈ ਲਈਏ, ਉਸ ਤੋਂ ਬਾਅਦ ਅਸੀਂ ਤੁਹਾਡੀ ਜ਼ਿੰਦਗੀ ਦੇ ਸਫ਼ਰ ਬਾਰੇ ਜਾਣਾਂਗੇ। ਆਪਾਂ ਸਭ ਤੋਂ ਪਹਿਲਾਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਮੁਖੋਂ ਸਾਨੂੰ ਵੀ ਕੁਝ ਸੁਣਾਓ। बहुत बहुत तुहाडा शुक्रिया। दूरदर्शन के सारे श्रोतावां नूं मेरा नमस्कार। अज बहुत खुशी का मौका है मेरे वास्ते कि मैं तुहाडे सब दे विच हाँ, और मैडम का भी बहुत शुक्रिया। मैं पहले क्योंकि सवेरे परमात्मा का नाम लैना अच्छा रहिंदा, बहुत उपयोगी हुंदा, ते इस गलबात तो पहले तुहानूं एक भजन सुना रहा, उहदा तुसीं आनंद लो जी। प्रभु तेरी महिमा किस बिध गाऊं, तेरो अंत कहाँ मैं पाऊं। अखिल निरंजन रूप तुम्हारा कैसे मैं बतलाऊं। वेद पार अज हूँ नहीं पायो, वेद पार अज हूँ नहीं पायो। मैं कैसे बतलाऊं राम तेरी रचना चरज भारी, राम तेरी रचना चरज भारी। जाको वर्णन कर सब हारी, जाको वर्णन कर सब हारी। राम तेरी रचना चरज भारी। जल की बूंद से, जल की बूंद से देह बनाई, तामे नर और नारी, तामे नर और नारी। वृक्ष बगीचे रचना तेरी, सागर की छवि नारी। राम तेरी रचना चरज भारी, राम तेरी रचना चरज
क्या बात है, बहुत खूब ਪ੍ਰੋਫੈਸਰ ਸਾਹਿਬ। ਜਿਹੜਾ ਮਾਹੌਲ ਤੁਸੀਂ ਸੰਗੀਤਮਈ ਰਚਿਆ ਹੈ ਇਹ ਆਪਾਂ ਜਾਰੀ ਰੱਖਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਪਿਛੋਕੜ ਬਾਰੇ, ਤੁਹਾਡੇ ਜੰਮਪਲ ਬਾਰੇ, ਕਿੱਥੇ ਦੇ ਤੁਸੀਂ ਜੰਮਪਲ ਹੋ ਤੇ ਕਿਸ ਤਰ੍ਹਾਂ ਇਹ ਸੰਗੀਤ ਦੀ ਚੇਟਕ ਜਿਹੜੀ ਤੁਹਾਨੂੰ ਲੱਗੀ ਹੈ। ਮੇਰਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਵਿੱਚ ਇੱਕ ਪਿੰਡ ਸੀ ਜੀ, ਕਿਲਾ ਸੂਰਾ ਸਿੰਘ। ਉਹਦੇ ਵਿੱਚ 1947 ਨੂੰ ਹੋਇਆ ਔਰ ਮੈਂ ਕਿਉਂਕਿ ਬੱਚੇ ਨੂੰ ਤਾਂ ਕੁਝ ਪਤਾ ਹੀ ਨਹੀਂ, ਉਸ ਵੇਲੇ 6-7 ਮਹੀਨੇ ਦਾ ਸੀ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋ ਗਈ ਜੀ। ਔਰ ਜਨਮ ਤੋਂ ਬਾਅਦ ਫਿਰ ਬੱਚੇ ਦਾ ਪਾਲਣ ਪੋਸ਼ਣ ਜਿਸ ਤਰ੍ਹਾਂ ਹੁੰਦਾ, ਉਸ ਵੇਲੇ ਮਾਹੌਲ ਹੀ ਬੜਾ ਅਜੀਬ ਸੀ। ਬਹੁਤ ਮੁਸ਼ਕਿਲਾਂ ਸੀ, ਹਰ ਇੱਕ ਨੂੰ, ਲੋਕਾਂ ਨੂੰ ਆਪਣੀ ਜਾਨਾਂ ਦੀ ਪਈ ਹੋਈ ਸੀ। ਉਹ ਮਾਹੌਲ ਹੀ ਕੁਛ ਇਹੋ ਜਿਹਾ ਸੀ, ਮਾਰਕਟ ਸ਼ੁਰੂ ਹੋ ਗਈ ਸੀ ਜੀ। ਤੇ ਬਸ ਉਸ ਦੌਰਾਨ ਮਾਹੌਲ ਬੜਾ ਖਰਾਬ ਸੀ। ਜੰਮਪਲ ਤੇ ਫਿਰ ਇਸ ਤਰ੍ਹਾਂ ਦਾ ਹੀ ਸੀ ਜੀ। ਸੰਗੀਤ ਦੀ ਚੇਟਕ ਜਿਹੜੀ ਹੈ ਬਾਅਦ ਵਿੱਚ ਲੱਗੀ, ਪਰ ਤੁਸੀਂ ਦੱਸਿਆ ਕਿ ਬਚਪਨ ਵਿੱਚ ਹੀ ਤੁਹਾਡੀ ਇਹ ਜਿਹੜੀ ਆ ਅੱਖਾਂ ਦੀ ਰੋਸ਼ਨੀ ਚਲੇਗੀ। ਉਹ ਕਿੱਦਾਂ, ਮਤਲਬ ਕੀ ਇਨਸੀਡੈਂਟ ਸੀ, ਉਹ ਸਾਨੂੰ ਦੱਸੋ। ਉਹ ਇਸ ਤਰ੍ਹਾਂ ਸੀ, ਜਦੋਂ ਅਸੀਂ ਪਾਕਿਸਤਾਨ ਨੂੰ ਛੱਡਿਆ ਜੀ, ਮਾਹੌਲ ਤੁਹਾਨੂੰ ਦੱਸਿਆ ਬੜਾ ਖਰਾਬ ਸੀ। ਅਸੀਂ ਜੰਮੂ ਵਾਲੀ ਸਾਈਡ ਤੋਂ ਇੱਥੇ ਇੰਡੀਆ 'ਚ, ਹਿੰਦੁਸਤਾਨ 'ਚ ਆਏ ਜੀ। ਔਰ ਰਸਤੇ ਵਿੱਚ ਮਾਹੌਲ ਖਰਾਬ ਹੀ ਸੀ ਔਰ ਉਸ ਲਈ ਅੱਖਾਂ 'ਚ ਕੁਝ ਇਨਫੈਕਸ਼ਨ ਹੋ ਗਈ ਔਰ ਉਸ ਦਾ ਇਲਾਜ ਨਹੀਂ ਮਿਲ ਸਕਿਆ। ਨਾ ਮਿਲਣ ਦੀ ਵਜ੍ਹਾ ਨਾਲ ਮੇਰੀਆਂ ਅੱਖਾਂ ਦੀ ਰੋਸ਼ਨੀ ਉਸ ਵੇਲੇ ਖਤਮ ਹੋ ਗਈ, ਜਿਸ ਤਰ੍ਹਾਂ ਪੇਰੈਂਟਸ ਨੇ ਦੱਸਿਆ। ਤੇ ਬਸ ਫਿਰ ਰੋਸ਼ਨੀ ਇਸ ਤਰ੍ਹਾਂ ਹੀ ਗਈ ਔਰ ਉਹ ਮੈਨੂੰ ਤਾਂ ਕੁਝ, ਤੁਹਾਨੂੰ ਪਤਾ ਹੀ ਨਹੀਂ, ਬੱਚੇ ਨੂੰ 7 ਮਹੀਨੇ ਦੇ ਨੂੰ ਕੀ ਪਤਾ ਹੈ ਜੀ। ਤੇ ਫਿਰ ਕਦੋਂ ਇਹ ਚੀਜ਼ ਤੁਹਾਨੂੰ ਪਤਾ ਲੱਗੀ ਕਿ ਹਾਂ ਕਿ ਮੈਨੂੰ ਦਿਖਾਈ ਨਹੀਂ ਦਿੰਦਾ ਜਾਂ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ? ਕਿ 6 ਮਹੀਨੇ ਦੇ ਬੱਚੇ ਨੂੰ ਤਾਂ ਕੁਝ ਪਤਾ ਹੀ ਨਹੀਂ, ਤੁਹਾਨੂੰ ਜਿਵੇਂ ਤੁਸੀਂ ਦੱਸਿਆ ਕਿ ਮੈਨੂੰ ਲੱਗਾ ਕਿ ਦੁਨੀਆ ਇਹੋ ਜਿਹੀ ਹੁੰਦੀ ਹੈ ਜਿਸ ਤਰ੍ਹਾਂ ਤੁਹਾਨੂੰ ਦਿਖਦੀ ਸੀ ਉਸ ਵੇਲੇ। ਹਾਂਜੀ, ਇਸ ਤਰ੍ਹਾਂ ਹੈ ਕਿ ਮੈਂ ਜਿਸ ਤਰ੍ਹਾਂ ਹੋਸ਼ ਸੰਭਾਲੀ ਜੀ, ਭੈਣਾਂ ਭਰਾ ਤੇ ਅਸੀਂ ਗਲੀ ਮੁਹੱਲੇ ਵਿੱਚ ਰਹਿੰਦੇ ਸੀ। ਉਸ ਵੇਲੇ ਦਾ ਜਿਹੜਾ ਆਪਸ 'ਚ ਮਿਲਵਰਤਨ ਸੀ ਨਾ ਲੋਕਾਂ ਦਾ, ਉਹ ਬਹੁਤ ਅੱਛਾ ਸੀ, ਬਹੁਤ ਜ਼ਿਆਦਾ ਸੀ। ਤੇ ਮੈਨੂੰ ਇਹ ਬਿਲਕੁਲ ਪਤਾ ਨਹੀਂ ਲੱਗਿਆ ਕਾਫੀ ਦੇਰ ਤੱਕ ਕਿ ਮੈਨੂੰ ਦਿਖਾਈ ਨਹੀਂ ਦਿੰਦਾ। ਬੱਚੇ ਹਾਲਾਂਕਿ ਸਕੂਲ ਜਾਂਦੇ ਸੀ, ਕਹਿੰਦੇ ਪੜ੍ਹਨ ਜਾਂਦੇ ਨੇ, ਕੋਈ ਨਹੀਂ ਆ ਜਾਣਗੇ। ਮੈਂ ਕਿਹਾ ਚਲ ਠੀਕ ਹੈ, ਕੋਈ ਗੱਲ ਨਹੀਂ, ਮੈਂ ਨਹੀਂ ਪੜ੍ਹ ਰਿਹਾ, ਕੋਈ ਗੱਲ ਨਹੀਂ ਜੀ। ਔਰ ਬੱਚਿਆਂ ਦੇ ਨਾਲ ਇੰਨਾ ਮੇਲ ਮਿਲਾਪ, ਅਸੀਂ ਛੁਪਨ ਛੁਪਾਈ ਖੇਲਣਾ ਔਰ ਕੁਛ ਆਪਣੇ ਗਲੀ ਮੁਹੱਲੇ 'ਚ ਦੌੜਨਾ। ਮੈਨੂੰ ਇਹ ਪਤਾ ਹੀ ਨਹੀਂ ਕਿ ਮੈਨੂੰ ਨਹੀਂ ਦਿਸਦਾ, ਕੋਈ ਨਹੀਂ ਦੌੜਨਾ ਨਾ, ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਉਂਗਲੀਆਂ ਫੜ ਕੇ ਦੌੜਨਾ ਜੀ। ਤੇ ਬਸ ਇਹ ਫਿਰ ਜੋ ਤੁਹਾਡਾ ਹੈ ਨਾ ਪ੍ਰਸ਼ਨ ਕਿ ਪਤਾ ਕਿਸ ਤਰ੍ਹਾਂ ਲੱਗਾ ਜੀ, ਕਿ ਮੈਂ ਉਮਰ ਮੇਰੀ ਹੋ ਗਈ ਸੀ ਕੋਈ 7-8 ਸਾਲ। ਤੇ ਮੇਰੇ ਮਦਰ ਨੂੰ ਇੱਕ ਲੇਡੀ ਮਿਲੀ, ਮੈਂ ਆਪਣੇ ਮਦਰ ਦੇ ਨਾਲ ਸੀ। ਉਸ ਵੇਲੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਬੱਚੇ ਨੂੰ, ਤੇ ਮੇਰਾ ਵੀ ਬੱਚਾ ਇੱਕ ਇਸ ਤਰ੍ਹਾਂ ਹੀ ਹੈ। ਅੱਛਾ ਜੀ। ਔਰ ਅਸੀਂ ਉਹਨੂੰ ਅੰਮ੍ਰਿਤਸਰ ਦਾਖਲ ਕਰਾਇਆ, ਸਕੂਲ ਹੈ ਉੱਥੇ, ਔਰ ਉਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਜਿਨ੍ਹਾਂ ਨੂੰ ਨਹੀਂ ਦਿਸਦਾ। ਮੈਨੂੰ ਉਸ ਵੇਲੇ ਵੀ ਨਹੀਂ ਪਤਾ ਕਿਉਂਕਿ ਉਹ ਮਦਰ ਨਾਲ ਗੱਲ ਕਰ ਰਹੀ ਸੀ। ਤੁਹਾਡੇ ਮਾਂ-ਬਾਪ ਇਸ ਚੀਜ਼ ਨੂੰ ਜਾਣਦੇ ਸੀ? ਮਾਂ-ਬਾਪ ਨੂੰ ਤਾਂ ਪਤਾ ਸੀ ਜੀ, ਕਿਉਂਕਿ ਤਾਂ ਹੀ ਤਾਂ ਗੱਲ ਚੱਲੀ। ਔਰ ਫਿਰ ਉਸ ਤੋਂ ਬਾਅਦ ਮੇਰੀ ਮਦਰ ਨੇ ਔਰ ਫਾਦਰ ਨੇ ਕੋਸ਼ਿਸ਼ ਕਰਕੇ ਮੈਨੂੰ ਉੱਥੇ ਦਾਖਲ ਕਰਵਾਉਣ ਦਾ ਫਾਰਮ ਭਰਤਾ ਜੀ। ਔਰ ਬਸ ਫਿਰ ਦਾਖਲੇ ਵਾਸਤੇ ਚਲੇ ਗਏ ਔਰ ਦਾਖਲ ਹੋ ਗਿਆ। ਤੇ ਕਿਉਂਕਿ ਮੈਨੂੰ ਕੁਝ ਪਤਾ ਨਹੀਂ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ। ਔਰ ਫਿਰ ਉਸ ਵੇਲੇ ਮੈਂ ਮਦਰ ਨੂੰ ਕਿਹਾ ਕਿ ਮੈਂ ਬਾਲ ਨਾਲ ਲਿਜਾਣੀ ਹੈ ਇੱਕ। ਅੱਛਾ ਜੀ। ਔਰ ਉੱਥੇ ਪਹੁੰਚੇ, ਉੱਥੇ 1-2 ਦਿਨ ਰਹੇ। ਬਾਅਦ 'ਚ ਮੈਂ ਆਪਣੇ ਸਮਾਨ 'ਚੋਂ ਬਾਲ ਕੱਢੀ ਔਰ ਕਮਰੇ 'ਚ ਜਿਹੜੇ ਮੇਰੀ ਰਿਹਾਇਸ਼ ਸੀਗੀ ਜਿੱਥੇ, ਉੱਥੇ ਮੈਂ ਉਹਨੂੰ ਬਾਲ ਨੂੰ ਸੁੱਟਿਆ। ਮੈਂ ਕਿਹਾ ਸ਼ਾਇਦ ਮੈਂ ਲੱਭ ਲਊਂਗਾ, ਮੈਂ ਨਹੀਂ ਲੱਭ ਸਕਿਆ। ਮੈਨੂੰ ਉਸ ਦਿਨ ਪਤਾ ਲੱਗਿਆ ਕਿ ਮੈਨੂੰ ਦਿਸਦਾ ਨਹੀਂ, ਮੇਰੀ ਨਜ਼ਰ ਨਹੀਂ ਹੈ ਔਰ ਇਹ ਜਿਹੜਾ ਸਕੂਲ ਹੈ ਸਾਡੇ ਵਾਸਤੇ ਇਸ ਤਰ੍ਹਾਂ ਹੈ। ਔਰ ਫਿਰ ਉਦੋਂ ਤੋਂ ਜ਼ਿੰਦਗੀ ਚੱਲਣੀ ਸ਼ੁਰੂ ਹੋਈ ਜੀ। ਤੇ ਇਸ ਜ਼ਿੰਦਗੀ ਦੇ ਵਿੱਚ ਜਿਹੜਾ ਸੰਗੀਤ ਨੇ ਕਦੋਂ ਦਸਤਕ ਦਿੱਤੀ? ਬਹੁਤ ਅੱਛਾ ਕੁਐਸਚਨ ਹੈ ਤੁਹਾਡਾ ਔਰ ਇਹਦੇ ਨਾਲ ਹੀ ਰਿਲੇਟਡ ਹੈ। ਸਾਡਾ ਉਹ ਇੰਸਟੀਚਿਊਟ ਫਾਰ ਦਾ ਬਲਾਈਂਡ, ਯਾਨੀ ਅੰਧ ਵਿਦਿਆਲਾ ਉਹਨੂੰ ਕਹਿੰਦੇ ਆ ਹਿੰਦੀ 'ਚ,
ਔਰ ਉਹਦੇ 'ਚ ਮੈਡਮ ਪੜ੍ਹਾਈ, ਦਸਤਕਾਰੀ ਔਰ ਸੰਗੀਤ ਜੀ ਸਵੇਰੇ 7 ਵਜੇ ਤੋਂ ਲੈ ਕੇ ਚਾਹੇ ਸਰਦੀ ਹੋਏ ਚਾਹੇ ਗਰਮੀ ਹੋਏ 5 ਵਜੇ ਤੱਕ ਸਾਡੀਆਂ ਕਲਾਸਾਂ ਲੱਗਦੀਆਂ ਸੀ ਸ਼ਾਮ ਨੂੰ। ਜੀ ਔਰ ਬੜੇ ਤਨਮਾਇਤਾ ਨਾਲ ਟੀਚਰ ਪੜ੍ਹਾਉਂਦੇ ਸੀ, ਬੱਚੇ ਪੜ੍ਹਦੇ ਸੀ ਔਰ ਬੜਾ ਅੱਛਾ ਮਾਹੌਲ ਸੀ ਉੱਥੇ। ਔਰ ਮਨ ਪਹਿਲੇ ਕੁਝ ਦਿਨ ਨਹੀਂ ਲੱਗਾ, ਰੋਣਾ ਧੋਣਾ ਚੱਲਦਾ ਰਿਹਾ, ਘਰ ਦਾ ਮਾਹੌਲ ਖਤਮ ਹੋ ਗਿਆ ਸੀ, ਇਸ ਕਰਕੇ ਉਦਾਸੀ ਸੀ। ਪਰ ਫਿਰ ਇੰਨਾ ਰਚ ਗਏ, ਫਿਰ ਘਰ ਆਉਣ 'ਤੇ ਦਿਲ ਨਹੀਂ ਕਰਦਾ ਸੀ। ਜੀ ਤੇ ਇਸ ਤਰ੍ਹਾਂ ਯਾਨੀ ਸੰਗੀਤ ਦੀ ਸਿੱਖਿਆ, ਪੜ੍ਹਾਈ ਔਰ ਦਸਤਕਾਰੀ ਔਰ ਦੂਸਰੇ ਕੰਮ ਸਭ ਨਾਲ ਚੱਲਦੇ ਰਹੇ। ਜੀ ਤੇ ਬੜੀ ਲਗਨ ਨਾਲ ਕੀਤਾ ਇਹ ਕੰਮ। ਜੀ ਦੇਖੋ ਅੱਜ ਤੁਸੀਂ ਇਸ ਮੁਕਾਮ ਤੇ ਹੋ ਕਿ ਬਹੁਤ ਲੋਕਾਂ ਦੇ ਰੋਲ ਮਾਡਲ ਹੋ, ਬੜੇ ਤੁਹਾਡੇ ਸ਼ਾਗਿਰਦ ਨੇ ਔਰ ਕਈ ਜਿਵੇਂ ਦੱਸਿਆ ਕਿ ਵੱਡੇ ਸਿਤਾਰੇ ਬਣ ਚੁੱਕੇ ਨੇ, ਜਿਨ੍ਹਾਂ ਵਿੱਚੋਂ ਮੇਰੇ ਖਿਆਲ ਸੁਖਵਿੰਦਰ ਸੁੱਖੀ ਜੀ ਹੈ, ਰਵਿੰਦਰ ਗਰੇਵਾਲ ਜੀ ਹੈ, ਪ੍ਰਭ ਗਿੱਲ ਸਿੰਗਰ ਹੈ ਨਾ, ਇਹ ਸਾਰੇ ਆਰਟਿਸਟ ਜਿਹੜੇ ਆ ਤੁਹਾਡੇ ਤੋਂ ਸਿੱਖ ਕੇ ਉੱਥੇ ਤੱਕ ਪਹੁੰਚੇ ਨੇ। ਤੁਸੀਂ ਜੇ ਅਸੀਂ ਜਾਣਨਾ ਚਾਹਵੇ ਕਿ ਤੁਹਾਡਾ ਉਸ ਸਮੇਂ ਰੋਲ ਮਾਡਲ ਕੌਣ ਸੀ, ਕਿਹਦੇ ਤੋਂ ਤੁਸੀਂ ਪ੍ਰਭਾਵਿਤ ਹੋਏ? ਗੱਲ ਇਹ ਹੈ ਜੀ ਕਿ ਮੈਨੂੰ ਸਕੂਲ 'ਚ ਦਾਖਲਾ ਲੈਣ ਤੋਂ ਪਹਿਲੇ ਵੀ ਨਾ ਗਾਣੇ ਨਾਲ ਕੁਝ ਕੁਦਰਤੀ ਵੈਸੇ ਹੀ ਲਗਾਵ ਸੀ। ਔਰ ਮੈਂ ਜਿੱਥੇ ਵੀ ਕਿਤੇ ਵਿਆਹ ਸ਼ਾਦੀਆਂ 'ਚ ਸਪੀਕਰ ਵੱਜਣੇ, ਮੇਰਾ ਧਿਆਨ ਬੜਾ ਉਸ ਵੱਲ ਰਹਿਣਾ। ਉਸ ਵੇਲੇ ਨਾਗਿਨ ਦੀ ਬੀਨ ਚੱਲਦੀ ਸੀ ਜੀ ਡ ਡ ਡ ਡ ਡ ਡ ਡ ਡ ਡ ਡ, ਉਸ ਵੇਲੇ ਬੱਚੇ ਦੀ ਆਵਾਜ਼ ਸੀ ਮੇਰੀ ਔਰ ਮੈਂ ਗਲੇ ਤੇ ਇਸ ਤਰ੍ਹਾਂ ਉਂਗਲੀ ਮਾਰ ਕੇ ਉਹ ਸਵਰ ਨਕਲ ਕਰਦਾ ਸੀ। ਜੀ ਔਰ ਦੇਖੋ ਨਾ ਇਹ ਮਤਲਬ ਫਿਲਮੀ ਗਾਣਿਆਂ ਦਾ ਅਸਰ ਕਿ ਛੋਟੀ ਜੀ ਉਮਰ 'ਚ ਅਸਰ ਪੈ ਗਿਆ। ਵਾਸਤਾ ਹੀ ਰੱਬ ਦਾ ਤੂੰ ਜਾਈ ਵੇ ਕਬੂਤਰਾ, ਚਿੱਠੀ ਮੇਰੇ ਢੋਲ ਦੀ ਪਹੁੰਚਾਈ ਵੇ ਕਬੂਤਰਾ। ਇਹ ਹੋਰ बड़े गाने पुराने, ज़रा सामने तो आओ चलिए, चुप चुप चलने में क्या राज है, यूँ छुप ना सकेगा परमात्मा, मेरी आत्मा की ये आवाज़ है। तो यानी वो गाने सुन सुन के मन आवाज़ उस तरह की बनानी। तो मेरे वास्ते रोल मॉडल जोड़े उस वेले दे फिल्मी कलाकार जिस तरह मोहम्मद रफ़ी जी और अपने मन्ना डे जी, तलत महमूद और लता जी, आशा जी, ਇਹਨਾਂ ਦੇ ਗਾਣੇ ਸੁਣ ਸੁਣ ਕੇ, ਇਹਨਾਂ ਲੋਕਾਂ ਦੇ, ਸ਼ਮਸ਼ਾਦ ਬੇਗਮ, ਇਹਨਾਂ ਦੇ ਗਾਣੇ ਸੁਣ ਸੁਣ ਕੇ ਉਹ ਰੋਲ ਮਾਡਲ ਇੱਕ ਤਰ੍ਹਾਂ ਦੇ ਬਣੇ। ਅਸੀਂ ਉਹਨਾਂ ਦੀ ਨਕਲ ਕਰਨੀ ਜੀ। ਔਰ ਸਾਡੇ ਇਹਦੇ 'ਚ ਇੱਕ ਗੱਲ ਖਾਸ ਹੈ ਕਿ ਸਾਡੇ ਜਿਹੜੇ ਸੰਗੀਤ ਦੇ ਟੀਚਰ ਸੀਗੇ ਉਹਨਾਂ ਤੋਂ ਅਸੀਂ ਇਹ ਗਾਣੇ ਚੋਰੀ ਚੋਰੀ ਗਾਉਂਦੇ ਸੀ ਜੀ। ਉਹਦਾ ਕਾਰਨ ਇਹ ਸੀ ਕਿ ਉਹ ਕਹਿੰਦੇ ਸੀ ਸਿਰਫ ਸ਼ਾਸਤਰੀ ਸੰਗੀਤ ਦਾ ਅਭਿਆਸ ਕਰੋ ਜੀ। ਸਾਨੂੰ ਹੁਣ ਮਹਿਸੂਸ ਹੁੰਦਾ ਕਿ ਉਹ ਠੀਕ ਕਹਿੰਦੇ ਸੀ। ਬਿਲਕੁਲ। ਜਦੋਂ ਸਵਰ ਦੀ ਸਮਝ ਆ ਜਾਏ ਜੀ ਤੇ ਫਿਰ ਅਸੀਂ ਸਭ ਕੁਝ ਕਰ ਸਕਦੇ ਹਾਂ। ਜਦੋਂ ਸਵਰ ਦੀ ਸਮਝ ਨਾ ਆਏ ਉਸ ਵੇਲੇ ਮੁਸ਼ਕਿਲ ਹੋ ਜਾਂਦੀ ਹੈ। ਤੇ ਇਸੇ ਕਰਕੇ ਕਿਸੇ ਨੇ ਕਿਹਾ ਇੱਕ ਕੇ ਸਾਧੇ ਸਭ ਸਧੇ, ਸਭ ਸਾਧੇ ਸਭ ਜਾਏ ਜੀ। ਯਾਨੀ ਜੇ ਤੁਸੀਂ ਇੱਕ ਚੀਜ਼ ਨੂੰ ਸੁਧਾਰ ਲਓ ਉਹਦੇ ਨਾਲ ਸਭ ਚੀਜ਼ਾਂ ਠੀਕ ਹੁੰਦੀਆਂ। ਜੇ ਤੁਸੀਂ ਸਾਰੀਆਂ ਦੇ ਪਿੱਛੇ ਪੈ ਜਾਓਗੇ ਜੀ ਤੇ ਉਹ ਕੰਮ ਹੋਣਾ ਮੁਸ਼ਕਿਲ ਹੈ। ਤੇ ਰੋਲ ਮਾਡਲ ਭੀਮਸੈਨ ਜੋਸ਼ੀ ਜੀ, पंडित ओमकार नाथ ठाकुर जी और पंडित जसराज और एकानंद ਹੋਰ ਉਸ ਵੇਲੇ ਦੇ ਜਿੰਨੇ ਵੀ ਮਤਲਬ ਵਧੀਆ ਸੀਗੇ ਕਲਾਕਾਰ ਉਹ ਰੋਲ ਮਾਡਲ ਸੀ ਮੇਰੇ ਪਾਸ ਜੀ। ਕਲਾਸੀਕਲ ਸੰਗੀਤ ਯਾਨੀ ਸ਼ਾਸਤਰੀ ਸੰਗੀਤ ਦੀ ਤੁਸੀਂ ਗੱਲ ਕੀਤੀ ਹੈ, ਇੱਕ ਛੋਟਾ ਜਿਹਾ ਜੇ ਨਮੂਨਾ ਪੇਸ਼ ਕੀਤਾ ਜਾਵੇ ਕਿ ਕੀ ਹੈ, ਕਿਉਂਕਿ ਬਹੁਤ ਸਾਰੇ ਦਰਸ਼ਕ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਸ਼ਾਸਤਰੀ ਸੰਗੀਤ ਕੀ ਹੈ ਅਸਲ ਦੇ ਵਿੱਚ। ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਬਹੁਤ ਅੱਛੇ। ਸ਼ਾਸਤਰੀ ਸੰਗੀਤ ਇੱਕ ਸਵਰਾਂ ਨਾਲ ਪਰੋਈ ਹੋਈ ਮਾਲਾ ਹੈ ਜੀ, ਜਿਹੜੀ ਫੇਰਨ ਨਾਲ ਉਹਦਾ ਗਿਆਨ ਹੁੰਦਾ ਹੈ ਬਹੁਤ। ਔਰ ਸਵਰ, ਤਾਲ, ਲय, ਸ਼ਬਦ ਇਹਨਾਂ ਨਾਲ ਮਿਲ ਕੇ ਇਹ ਸੰਗੀਤ ਸ਼ਾਸਤਰੀ ਸੰਗੀਤ ਬਣਦਾ ਹੈ। ਇਹਦੇ ਵਿੱਚ ਆਲਾਪ, ਬੋਲ ਆਲਾਪ ਜੀ, ਬੋਲ ਤਾਨ ਔਰ ਤਾਨ ਜੀ, ਇਹਨਾਂ ਚਾਰਾਂ ਚੀਜ਼ਾਂ ਦਾ ਬੜਾ ਮਹੱਤਵ ਹੈ। ਔਰ ਫਿਰ ਅਸੀਂ ਸ਼ਬਦਾਂ ਨੂੰ ਕਿਸ ਤਰ੍ਹਾਂ ਗਾਣਾ ਹੈ, ਸਾਹਿਤਕ ਪੱਖ ਉਹਦਾ ਕਿਸ ਤਰ੍ਹਾਂ ਧਿਆਨ ਰੱਖਣਾ ਤਾਂ ਕਿ ਆਮ ਬੰਦਾ ਜਿਹੜਾ ਹੈ ਉਹ ਉਹਦੇ ਤੋਂ ਆਨੰਦ ਲੈ ਸਕੇ, ਉਹਦਾ ਸਮਝ ਸਕੇ। ਤੇ ਇਹ ਮੇਨ ਹੈ। ਹੁਣ ਇੱਕ ਤੁਹਾਨੂੰ ਛੋਟੀ ਜਿਹੀ ਰਾਗ ਬਿਲਾਸਖਾਨੀ ਤੋੜੀ ਵਿੱਚ ਇੱਕ ਬੰਦਿਸ਼ ਸੁਣਾ ਰਿਹਾ ਜੀ। ਸਰੇ ਗਾ ਪਦਾ ਮਾਰੇ जगदम्बिका अम्बिका जगदम्बिका अम्बिका मर्दनि अम्ब शुम्भ
निशुंभ गले मुंड मारिका जगदंबिका अंबिका जगदंबिका अंबिका वरदनी अम्ब शुंभ निशुंभ गले मुंड मारिका जगदंबिका। ਇਹਦੇ 'ਚ ਫਿਰ ਆਲਾਪ ਕੀਤਾ ਜਾਂਦਾ ਹੈ ਜੀ, ਬੋਲ ਆਲਾਪ, ਤੇ ਉਹ ਚੀਜ਼ਾਂ ਤਬਲਾ ਨਾਲ ਵੱਜ ਰਿਹਾ ਹੋਏ ਤੇ ਫਿਰ ਮਜ਼ਾ ਆਉਂਦਾ ਹੈ। ਬਿਲਕੁਲ। ਤਾਨ ਸਰੇ ਗਰੇ ਸਰੇ ਗਰੇ ਸਰੇ ਨੀ ਦਾ ਸਰੇ ਗਾ ਪਦਾ ਨੀ ਦਾ ਪਦਾ ਨੀ ਦਾ ਮਗਰੇ ਗਾ ਪਦਾ ਨੀ ਦਾ ਮਗਰੇ ਗਾ ਜਗਦੰਬਿਕਾ ਆ जगदंबिका अंबिका। बहुत लंबा चौड़ा खेल है ਜੀ। ਇਹ ਮਤਲਬ ਸਵਰਾਂ ਨਾਲ ਖੇਡਣਾ हाँ बिल्कुल। ਇਹਦੇ 'ਚ ਵੱਡਾ ਖਿਆਲ ਮੈਂ ਛੋਟਾ ਖਿਆਲ ਗਾਇਆ ਸੀ ਜੀ, ਔਰ ਇਸ ਤੋਂ ਇਲਾਵਾ ਤਰਾਨਾ ਵਗੈਰਾ ਗਾਏ ਬਹੁਤ ਜਾਂਦੇ ਕੁਝ ਆ ਜਾਂਦਾ ਹੈ ਔਰ ਬੜਾ ਮਜ਼ਾ ਆਉਂਦਾ ਗਾ ਕੇ। ਜੀ। ਔਰ ਇਹਦੇ 'ਚ ਕਮ ਸੇ ਕਮ ਘੱਟ ਤੋਂ ਘੱਟ ਟਾਈਮ 10-12 ਮਿੰਟ ਹੋਏ, ਤਬਲਾ ਨਾਲ ਹੋਏ ਔਰ ਫਿਰ ਸਭ ਚੀਜ਼ਾਂ ਦਾ ਮਜ਼ਾ ਲਿਆ ਜਾ ਸਕਦਾ ਹੈ। ਔਰ ਇਹਦੇ 'ਚ ਸਵਰ ਸਾਧਨਾ ਬਹੁਤ ਜ਼ਰੂਰੀ ਹੈ ਜੀ। ਬਹੁਤ। ਦੇਖੋ ਹਾਰਮੋਨੀਅਮ ਦੇ ਨਾਲ ਤੇ ਬਹੁਤ ਸਾਰੇ ਆਰਟਿਸਟ ਜਿਹੜੇ ਹਾਰਮੋਨੀਅਮ ਨਾਲ ਗਾਉਂਦੇ ਆ, ਪਰ ਤੁਹਾਨੂੰ ਦੱਸਣਾ ਚਾਹੁੰਦੇ ਆ ਦਰਸ਼ਕੋ ਕਿ ਇਹ ਜਿਹੜੇ ਸਾਡੇ ਕੋਲ ਮਹਾਨ ਦਿੱਗਜ ਪਹੁੰਚੇ ਨੇ, ਇਹ ਤਬਲੇ ਦੇ ਨਾਲ ਤਬਲਾ ਵਜਾਉਂਦਿਆਂ ਹੋਇਆ ਵੀ ਗਾ ਸਕਦੇ ਨੇ। ਪਰ ਅੱਜ ਅਸੀਂ ਤੁਸੀਂ ਆਪਣੇ ਨਾਲ ਤਬਲਾ ਤੇ ਲੈ ਕੇ ਨਹੀਂ ਆਏ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਜਦੋਂ ਤੁਸੀਂ ਸਾਨੂੰ ਮਿਲੋ ਕਿ ਤਬਲੇ ਦੇ ਨਾਲ ਅਸੀਂ ਤੁਹਾਡੀ ਪਰਫਾਰਮੈਂਸ ਦੇਖਾਂਗੇ। ਸੰਗੀਤਕ ਸਫ਼ਰ ਦੀ ਗੱਲ ਕਰ ਰਹੇ ਹਾਂ ਅਸੀਂ, ਸੰਗੀਤ ਦੀ ਸਿੱਖਿਆ ਦੀ ਗੱਲ ਕੀਤੀ ਹੈ। ਕਿੱਥੇ ਕਿੱਥੇ ਤੁਸੀਂ ਸੰਗੀਤ ਦੀ ਸਿੱਖਿਆ ਲਈ ਹੈ ਔਰ ਕਿੱਥੇ ਤੱਕ ਤੁਸੀਂ ਕੁਆਲੀਫਾਈਡ ਹੋ? ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮੈਂ ਇੰਸਟੀਚਿਊਟ ਫਾਰ ਦਾ ਬਲਾਈਂਡ ਸ਼ੁਰੂ ਕੀਤਾ ਸੰਗੀਤ ਜੀ। ਉੱਥੇ 6 ਸਾਲ ਸੰਗੀਤ ਸਿੱਖਿਆ ਔਰ ਮੈਂ ਸੰਗੀਤ ਦੀ ਡਿਗਰੀ ਸੰਗੀਤ ਪ੍ਰਭਾਕਰ ਕੀਤੀ ਉੱਥੋਂ ਜੀ। ਔਰ ਨਾਲ ਹੀ ਤਬਲੇ ਦੀ ਵੀ ਡਿਗਰੀ ਕੀਤੀ ਔਰ ਪੜ੍ਹਾਈ 'ਚ ਮੈਂ ਮੈਟ੍ਰਿਕ ਪਾਸ ਕਰ ਲਈ ਸੀ ਉਸ ਵੇਲੇ ਜੀ। ਔਰ ਸੰਗੀਤ ਦਾ ਰੁਝਾਨ ਵੱਧਦਾ ਗਿਆ ਹੌਲੀ ਹੌਲੀ, ਬਹੁਤ ਆਨੰਦ ਲਿਆ ਔਰ ਮੇਨ 6 ਸਾਲ ਜਿਹੜਾ ਸੰਗੀਤ ਸਿੱਖਿਆ ਉਹ ਮੈਂ ਉੱਥੇ ਹੀ ਸਿੱਖਿਆ। ਸਾਡੇ ਖਾਸ ਟੀਚਰ ਸੀਗੇ ਦਿਲਬਾਗ ਰਾਜ ਜੀ, ਇੱਕ ਉਹ ਹੁਣ ਇਸ ਦੁਨੀਆ 'ਚ ਨਹੀਂ, ਸੋਮਨਾਥ ਕਪੂਰ ਸੀਗੇ ਉਹ ਵੀ ਇਸ ਦੁਨੀਆ 'ਚ ਨਹੀਂ। ਮੇਰੇ ਟੀਚਰ ਜਿਹੜੇ ਸਭ ਰੱਬ ਨੂੰ ਪਿਆਰੇ ਹੋ ਗਏ, ਪਰ ਉਹਨਾਂ ਦੀ ਜਿਹੜੀ ਕਲਾ ਹੈ ਉਹ ਸਾਡੇ ਕੋਲ ਹੁਣ ਵੀ ਜ਼ਿੰਦਾ ਹੈ ਜੀ। ਤੇ ਉਸ ਤੋਂ ਬਾਅਦ ਅੱਗੇ ਫਿਰ ਮੈਂ ਦਿੱਲੀ ਗੰਧਰਵ ਸੰਗੀਤ ਮਹਾਵਿਦਿਆਲਾ ਵਿੱਚ ਵੀ ਸੰਗੀਤ ਸਿੱਖਿਆ ਜੀ। ਔਰ ਮੇਨ ਮੈਡਮ ਗੱਲ ਇਹ ਹੈ ਕਿ ਇਹ ਸੰਗੀਤ ਜਿਹੜਾ ਸਿੱਖਣ ਨਾਲ ਹੀ ਨਹੀਂ ਆਉਂਦਾ। ਮੇਰਾ ਇਹ ਤਜਰਬਾ ਹੈ ਕਿ ਸੰਗੀਤ ਸੁਣਨ ਨਾਲ ਬਹੁਤ ਜ਼ਿਆਦਾ ਆਉਂਦਾ ਹੈ। ਮੈਂ 40-45% ਟੀਚਰਸ ਕੋਲੋਂ ਸਿੱਖਿਆ ਜੀ ਔਰ ਬਾਕੀ 55% ਦਿਲ ਨਾਲ, ਲਗਨ ਨਾਲ, ਸ਼ਰਧਾ ਨਾਲ ਆਪਣੇ ਗੁਰੂਆਂ ਨੂੰ ਸੀਸ ਝੁਕਾ ਕੇ ਲੋਕਾਂ ਨੂੰ ਸੁਣਨਾ ਔਰ ਆਨੰਦ ਲੈਣਾ, ਉਹਦਾ ਇਹ ਮੇਰਾ ਮੇਨ ਮਕਸਦ ਸੀ। ਇਸੇ ਕਰਕੇ ਮੈਂ 55% ਜਿਹੜਾ ਹੈ ਉਹ ਗੁਰੂਆਂ ਨੂੰ ਸੁਣ ਕੇ, ਅੱਛੇ ਕਲਾਕਾਰਾਂ ਨੂੰ ਸੁਣ ਕੇ ਲਾਭ ਉਠਾਇਆ ਬਹੁਤ। ਕੀ ਬਾਤ ਹੈ। ਫਿਰ ਜਦੋਂ ਤੁਹਾਡੀ ਸੰਗੀਤਿਕ ਸਿੱਖਿਆ ਖਤਮ ਹੋਈ ਤੇ ਫਿਰ ਤੁਸੀਂ ਜੌਬ ਵਿੱਚ ਗਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ। ਤੁਸੀਂ ਕਾਫੀ ਅਰਸੇ ਜਿਹੜੀ ਹੈ ਸੰਗੀਤ ਵਿਭਾਗ ਦੇ ਵਿੱਚ ਜੌਬ ਕੀਤੀ। ਉਹ ਸਫ਼ਰ ਇਸ ਤਰ੍ਹਾਂ ਹੈ ਕਿ ਮੇਰਾ ਜਿਹੜਾ ਜ਼ਿੰਦਗੀ ਦਾ ਸਫ਼ਰ ਸਰਵਿਸ ਦਾ ਨਾ ਜੀ, ਉਹ ਗਵਰਨਮੈਂਟ ਕਾਲਜ ਫਾਰ ਵੂਮਨ ਰੋਹਤਕ ਤੋਂ ਸ਼ੁਰੂ ਹੋਇਆ ਜੀ। ਮੇਰਾ ਘਰ ਸੀ ਜਲੰਧਰ ਤੇ ਮੈਂ ਇੰਨੀ ਦੂਰ ਰੋਹਤਕ ਚਲਾ ਗਿਆ ਕਿਉਂਕਿ ਘਰ ਦੀ ਸਥਿਤੀ ਕੁਛ ਇੰਨੀ ਅੱਛੀ ਨਹੀਂ ਸੀ ਤੇ ਮੈਂ ਕਾਲਜ 'ਚ ਪੜ੍ਹਨਾ ਠੀਕ ਨਹੀਂ ਸਮਝਿਆ। ਪੇਰੈਂਟਸ ਤੇ ਬੋਝ ਨਹੀਂ ਦੇਣਾ ਸਮਝਿਆ ਮੈਂ ਠੀਕ ਜੀ। ਔਰ ਮੈਂ ਸਰਵਿਸ ਜੁਆਇਨ ਕਰ ਲਈ। ਔਰ ਉਸ ਵੇਲੇ ਉਮਰ ਕਿੰਨੀ ਸੀ ਤੁਹਾਡੀ? ਹਾਂ, ਉਸ ਵੇਲੇ ਮੇਰੀ ਉਮਰ ਲਗਭਗ 18 ਸਾਲ ਸੀ ਜੀ। ਤੇ ਸਰਵਿਸ ਮਿਲ ਗਈ ਔਰ ਮੈਂ ਦੇਖੋ, ਮੈਂ ਉਸ ਵੇਲੇ ਦੀ ਉਸ ਕਾਲਜ ਦੇ ਪ੍ਰਿੰਸੀਪਲ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਡਮ ਮੈਂ ਤਬਲਾ ਇੰਸਟ੍ਰਕਟਰ ਦੀ ਪੋਸਟ 'ਤੇ ਨਹੀਂ ਰਹਿਣਾ ਚਾਹੁੰਦਾ, ਮੈਂ ਅੱਗੇ ਵਧਣਾ ਚਾਹੁੰਦਾ ਤੇ ਜੇ ਤੁਸੀਂ ਮੈਨੂੰ ਪਰਮਿਸ਼ਨ ਦਿਓ ਤਾਂ ਮੈਂ ਕੁੜੀਆਂ ਨਾਲ ਬੈਠ ਕੇ ਆਪਣੀ ਕਲਾਸ ਲਗਾ ਲਿਆ ਕਰਾਂ ਤੇ ਪ੍ਰਾਈਵੇਟ ਐਗਜ਼ਾਮ ਦੇ ਦਿਆ ਕਰਾਂਗਾ ਜੀ। ਮੈਡਮ ਵਾਜ਼ ਕਾਈਂਡ ਐਨਫ। ਉਹਨਾਂ ਨੇ ਕਿਹਾ ਹਾਂ ਕੋਈ ਗੱਲ ਨਹੀਂ ਜੀ। ਔਰ ਮੈਂ ਉੱਥੋਂ ਫਿਰ BA ਕੀਤੀ ਫਿਰ ਪ੍ਰਾਈਵੇਟ ਨਾਲ ਤੁਸੀਂ ਜੌਬ ਕਰਦੇ ਰਹੇ? ਹਾਂ, 6 ਸਾਲ ਰੋਹਤਕ ਮੈਂ ਰਹਿ ਕੇ BA MA ਮਾਸਟਰ ਡਿਗਰੀ ਡਬਲ ਮਿਊਜ਼ਿਕ ਵਿੱਚ ਕੀਤੀ ਔਰ ਇੰਨਾ ਅੱਛਾ ਰਿਹਾ ਕਿ ਮੈਂ ਉਸ ਟਾਈਮ ਨੂੰ ਭੁੱਲ ਨਹੀਂ ਸਕਦਾ। ਔਰ ਮੈਂ ਇਕੱਲਾ ਰਿਹਾ। ਮੈਡਮ ਗੱਲ ਇਹ ਹੈ ਕਿ ਇਕੱਲਾ ਰਹਿਣਾ, ਆਪਣੇ ਕੱਪੜੇ ਧੋਣਾ, ਆਪਣਾ ਸੰਭਾਲਣਾ ਔਰ ਮੈਂ
ਮਿੱਟੀ ਦੇ ਤੇਲ ਦਾ ਸਟੋਵ ਰੱਖਿਆ ਹੋਇਆ ਸੀ, ਉਹਦੇ ਤੇ ਦੁੱਧ ਚਾਹ ਵਗੈਰਾ ਗਰਮ ਕਰਨੀ, ਚਲਦੇ ਚਲਦੇ ਸਟੋਵ 'ਚ ਪਿੰਨ ਲਗਾਉਣਾ ਜੀ, ਮਿੱਟੀ ਦਾ ਤੇਲ ਖੁਦ ਪਾਣਾ। ਔਰ ਮੇਰਾ ਆਪਣਾ ਐਕਸਪੀਰੀਅੰਸ ਇਹ ਹੈ ਜੀ, ਕਿ ਆਪਣੇ ਆਪ ਨੂੰ ਜਿਹੜੇ ਕੰਮ ਹੱਥ ਨਾਲ ਹੋ ਸਕਦੇ ਆ, ਜਿਨ੍ਹਾਂ 'ਚ ਅੱਖਾਂ ਦੀ ਨਹੀਂ ਜ਼ਰੂਰਤ ਜ਼ਿਆਦਾ, ਜੀ, ਉਹ ਖੁਦ ਕੀਤੇ ਜਾਣ ਤੇ ਬਹੁਤ ਅੱਛਾ ਲੱਗਦਾ ਹੈ। ਬਿਲਕੁਲ। ਜਦੋਂ ਫਿਰ ਐਗਰੀਕਲਚਰ ਯੂਨੀਵਰਸਿਟੀ 'ਚ ਮੈਂ ਜੀ ਸਨ 1973 'ਚ ਆਇਆ ਜੀ, ਤੇ ਕਦੋਂ ਤੱਕ ਤੁਸੀਂ ਉੱਥੇ ਫਿਰ ਤੇ ਨਿਭਾਇਆ? ਸਨ 1973 ਤੋਂ ਲੈ ਕੇ ਮੈਂ ਉੱਥੇ 2007 ਤੱਕ ਸਰਵਿਸ ਕੀਤੀ। ਇਸ ਦੌਰਾਨ ਮੈਂ ਤੁਹਾਡੇ ਹੁਣ ਕੁਐਸਚਨ ਦੇ ਨਾਲ ਨਾਲ ਮਿਲਦੇ ਜੁਲਦੇ 2-3 ਹੋਰ ਚੀਜ਼ਾਂ ਦੱਸੂਗਾ ਜੀ ਜੀ, ਬਿਲਕੁਲ ਕਿ 73 ਤੋਂ ਲੈ ਕੇ 75 ਤੱਕ ਮੇਰੀ 75 ਸਨ 'ਚ ਮੇਰੀ ਸ਼ਾਦੀ ਹੋ ਗਈ, ਜੀ, 2 ਬੱਚੇ ਵੀ ਹੋ ਗਏ। ਔਰ ਰੇਡੀਓ ਟੈਸਟ ਮੈਂ ਪਾਸ ਕੀਤੇ ਉਸ ਵੇਲੇ, ਵੋਕਲ ਕਲਾਸੀਕਲ, ਲਾਈਟ ਵਿੱਚ ਗੀਤ ਗਜ਼ਲ ਭਜਨ ਜੀ, ਔਰ ਸਿਤਾਰ, ਜੀ, ਇਹਨਾਂ ਦੇ ਟੈਸਟ ਉਸ ਪਾਸ ਕੀਤੇ। ਔਰ ਜਿਹੜਾ ਸਿਲਸਿਲਾ ਰਿਟਾਇਰਮੈਂਟ ਤੋਂ ਬਾਅਦ ਹੁਣ ਤੱਕ ਉਹ ਬ੍ਰਾਡਕਾਸਟ ਦਾ ਚੱਲ ਰਿਹਾ ਹੈ, ਔਰ ਗੁਰੂਆਂ ਦੇ ਆਸ਼ੀਰਵਾਦ ਨਾਲ, ਮਾਂ ਸਰਸਵਤੀ ਦੀ ਕਿਰਪਾ ਨਾਲ ਇਹ ਸਭ ਕੰਮ ਬਿਲਕੁਲ ਠੀਕ ਚੱਲ ਰਿਹਾ। ਕੀ ਬਾਤ ਹੈ। ਦੇਖੋ, ਇੱਕ ਆਮ ਇਨਸਾਨ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜ਼ਿੰਦਗੀ ਦੇ ਸਫ਼ਰ ਦੇ ਵਿੱਚ। ਜਦੋਂ ਫਿਰ ਤੁਸੀਂ ਦੱਸਿਆ ਕਿ ਨਜ਼ਰ ਚਲੇ ਗਈ, ਫਿਰ ਸਮਾਜ ਦਾ ਨਜ਼ਰੀਆ ਤੁਹਾਡੇ ਪ੍ਰਤੀ ਕਿਹੋ ਜਿਹਾ ਸੀ? ਕਿ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਪਹਿਲਾਂ ਸੀ, ਜਾਂ ਫਿਰ ਹੁਣ ਜਿੱਦਾਂ ਤੁਸੀਂ ਦੱਸਿਆ ਕਿ ਜੌਬ ਦੇ ਵਿੱਚ, ਜਾਂ ਫਿਰ ਹੁਣ ਤੱਕ ਕਿਸ ਤਰ੍ਹਾਂ ਤੁਹਾਨੂੰ ਸਮਾਜ ਜਿਹੜਾ ਹੈ ਐਕਸੈਪਟ ਕਰਦਾ ਹੈ? ਮੈਡਮ, ਮੈਂ ਰੋਹਤਕ ਸਰਵਿਸ ਕੀਤੀ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਸਰਵਿਸ ਕੀਤੀ। ਲੋਕਾਂ ਦਾ ਬਹੁਤ ਸਹਿਯੋਗ, ਪਰਿਵਾਰ ਦਾ ਬਹੁਤ ਸਹਿਯੋਗ, ਜਿੰਨਾ ਸਹਿਯੋਗ ਮੇਰਾ ਪਰਿਵਾਰ ਜਲੰਧਰ 'ਚ ਦੇ ਸਕਦਾ ਸੀ ਉਹਨਾਂ ਨੇ ਦਿੱਤਾ। ਜੀ, ਔਰ ਰੋਹਤਕ ਵਿੱਚ ਵੀ ਬੜਾ ਸਹਿਯੋਗ। ਤੁਹਾਨੂੰ ਮੈਂ ਕੀ ਦੱਸਾਂ, ਮੇਰੇ ਸਟੂਡੈਂਟ ਮੇਰੀ ਹੈਲਪ ਐਨੀ ਕਰਦੇ ਸੀ, ਮੈਂ ਉਹਨਾਂ ਨੂੰ ਮਿਊਜ਼ਿਕ ਸਿਖਾ ਦਿੰਦਾ ਸੀ ਔਰ ਮੈਨੂੰ ਕਿਤਾਬ ਮੇਰੇ ਘਰ ਆ ਕੇ ਸੁਣਾ ਦਿੰਦੇ ਸੀ ਔਰ ਬੜੀ ਹੈਲਪ ਕਰਦੇ ਸੀ। ਸਮਾਜ ਦਾ ਜੇ ਸਹਿਯੋਗ ਨਾ ਹੁੰਦਾ ਤੇ ਫਿਰ ਬੜਾ ਮੁਸ਼ਕਿਲ ਹੁੰਦਾ। ਤੇ ਮੈਨੂੰ ਇਹ ਤੇ ਸ਼ੇਰ ਬੜਾ ਯਾਦ ਆ ਰਿਹਾ ਇੱਕ, ਜੀ, मैं अकेला ही चला था मंजिल मकसूद पर, लोग मिलते ही रहे और कारवां चलता रहा। वाह। तो इस तरह यानी ज़िंदगी बड़ी समूथ चलती रही। लोगों का सहयोग बहुत अच्छा है जी। बस साड़ी अपनी साढ़े मन च कुछ करने की शक्ति होनी चाहिए है जी। तो स्टिक लैके घरों मैं कल्ले ने निकलना, बस आप ही जुगाड़ सब बनते रहे। क्या बात है। ਸਾਜ਼ਾਂ ਦੀ ਤੁਸੀਂ ਗੱਲ ਕੀਤੀ, ਬਹੁਤ ਸਾਰੇ ਸਾਜ਼ ਜਿਹੜੇ ਆ ਤੁਸੀਂ ਪਲੇ ਕਰ ਲੈਂਦੇ ਹੋ, ਕਿਹੜੇ ਕਿਹੜੇ ਸਾਜ਼ ਹੈ? ਤੇ ਫਿਰ ਕਦੇ ਇਸ ਤਰ੍ਹਾਂ ਸਿੱਖਦਿਆਂ ਹੋਇਆ, ਸੰਗੀਤ ਸਿੱਖਦਿਆਂ ਹੋਇਆ, ਕਦੇ ਕੋਈ ਮੁਸ਼ਕਿਲ ਤਾਂ ਨਹੀਂ ਆਈ, ਪਰੇਸ਼ਾਨੀ ਤਾਂ ਨਹੀਂ ਆਈ? ਜਾਂ ਫਿਰ ਤੁਹਾਡੇ ਨਾਲ ਕੋਈ ਨਾ ਕੋਈ ਇਸ ਤਰ੍ਹਾਂ ਅਸਿਸਟੈਂਟ ਜਾਂ ਫਿਰ ਕੋਈ ਤੁਹਾਡੇ ਆਪਣਾ ਬੱਚਾ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ? ਕੌਣ ਤੁਹਾਡੇ ਨਾਲ ਹਮੇਸ਼ਾ ਬਾਹਰ ਨਿਕਲਦਾ ਜਦੋਂ ਤੁਸੀਂ ਜਾਂਦੇ ਹੋ? ਦੇਖੋ ਜੀ, ਮੇਰੇ ਸਾਰੇ ਸਟੂਡੈਂਟ ਜਿਹੜੇ ਨੇ ਉਹ ਮੇਰੇ ਬੱਚਿਆਂ ਦੀ ਤਰ੍ਹਾਂ ਮੈਨੂੰ ਸਹਿਯੋਗ ਦਿੰਦੇ ਰਹੇ ਜੀ। ਵੈਸੇ ਮੇਰੇ 2 ਬੱਚੇ ਦੋਨੋਂ ਸੰਗੀਤ ਵਿੱਚ, ਚਾਹੇ ਫੀਲਡ ਉਹਨਾਂ ਦੇ ਜੋ ਵੀ ਨੇ, ਉਹ ਸੰਗੀਤ ਵਿੱਚ ਬੜੇ ਅੱਛੇ ਸੁਰ ਤਾਲ ਲਏ ਦੀ ਉਹਨਾਂ ਨੂੰ ਬੜੀ ਸਮਝ ਹੈ ਜੀ, ਔਰ ਬੜਾ ਸਹਿਯੋਗ ਦਿੰਦੇ ਰਹੇ। ਮੇਰੀ ਬੇਟੀ ਅਮਰੀਕਾ ਜਦੋਂ ਤੱਕ ਉਹ ਇੱਥੇ ਸੀ, ਮੇਰੇ ਨਾਲ ਉਹ ਰੇਡੀਓ ਪ੍ਰੋਗਰਾਮ ਤੇ ਆਂਦੀ ਜਾਂਦੀ ਸੀ ਜੀ, ਔਰ ਟੀਵੀ ਪ੍ਰੋਗਰਾਮ ਤੇ ਵੀ ਆਂਦੀ ਜਾਂਦੀ ਸੀ। ਮੈਂ ਉਹਨੂੰ 4.5 ਸਾਲ ਦੀ ਨੂੰ ਇੱਥੇ ਦੂਰਦਰਸ਼ਨ ਕੇਂਦਰ ਜਲੰਧਰ ਤੇ ਗਵਾਇਆ ਜੀ। ਔਰ ਜਦੋਂ ਯੂਥ ਸੀਗੀ ਉਦੋਂ ਵੀ ਗਵਾਇਆ। ਖੈਰ ਇਹ ਤੇ ਚੱਲਦਾ ਰਿਹਾ। ਸਹਿਯੋਗ ਜਿਹੜਾ ਹੈ ਉਹ ਹਰ ਜਗ੍ਹਾ ਪੂਰਾ ਮਿਲਿਆ ਜੀ। ਜੇ ਸਹਿਯੋਗ ਨਾ ਮਿਲਦਾ ਤੇ ਬੜਾ ਮੁਸ਼ਕਿਲ ਸੀ। तो मैं तो एक शेर मैनू होर याद आ रहा है, आग को खेल पतंगों ने समझ रखा है, सबको अंजाम का डर हो ये ज़रूरी तो नहीं। क्या बात है। क्योंकि साढ़े वास्ते सब जिहड़ी मुश्किल है ना जी, ਉਹਦੇ ਤੋਂ ਡਰਨਾ ਨਹੀਂ। ਵਾਹ, ਬਸ ਬੜਾ ਜ਼ਿੰਦਾ ਦਿਲੀ ਦੇ ਨਾਲ ਤੁਸੀਂ ਜਵਾਬ ਦੇ ਰਹੇ ਹੋ ਸਵਾਲਾਂ ਦੇ। ਤੇ ਹੁਣ ਸਾਡੇ ਦਰਸ਼ਕ, ਇੱਕ ਮਿੰਟ, ਸਾਜ਼ ਤੁਸੀਂ ਕਿਹਾ ਸੀ? ਸਾਜ਼, ਬਿਲਕੁਲ, ਤਬਲਾ, ਸਿਤਾਰ ਤੇ ਹਾਰਮੋਨੀਅਮ ਤੇ ਅਸੀਂ ਸੁਣ ਲਿਆ। ਹਾਰਮੋਨੀਅਮ ਜੜ ਹੈ ਸੰਗੀਤ ਦੀ ਜੀ, ਹਾਲਾਂਕਿ ਇਹਨੂੰ ਪਹਿਲੇ ਇੰਨਾ ਉਪਯੋਗੀ ਸਥਾਨ ਨਹੀਂ ਦਿੱਤਾ ਗਿਆ ਸੀ ਜੀ। ਹਾਰਮੋਨੀਅਮ ਨਾਲ ਤਾਨਪੁਰਾ ਛੇੜਨਾ, ਤਾਨਪੁਰਾ ਛੇੜਨਾ ਵੀ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ ਜੀ। ਉਹਦੇ 'ਚ ਗਲੇ ਦਾ ਜਿਹੜਾ ਰਿਆਜ਼ ਹੁੰਦਾ ਪੂਰਾ ਜੀ। ਫਿਰ ਵਾਇਲਿਨ ਵੀ ਮੈਂ ਬਜਾਨਾ, क्या बात, तबला भी, सितार भी और कीबोर्ड वगैरह भी। वाह। बाकी है कि क्योंकि स्वर दी वोकल च स्वर दी समझ आ गई जी, तो फिर तुसी वो टेक्नीक समझ के खुद भी बजा सकते हो और किसी ਨੂੰ ਜੇ ਟੈਕਨੀਕ ਆਂਦੀ ਹੈ ਤਾਂ ਉਹਨੂੰ ਗਾਈਡ ਵੀ ਕਰ ਸਕਦੇ ਹੋ ਜੀ। ਇਹ ਮੇਨ ਚੀਜ਼। ਬਹੁਤ ਅੱਛੀ। ਤੇ ਹੁਣ ਕਿਉਂ ਨਾ ਕੋਈ ਗੀਤ ਜਾਂ ਗਜ਼ਲ ਹੋ ਜਾਏ, ਕੀ ਤੁਸੀਂ ਪਹਿਲਾਂ ਸੁਣਾਉਣਾ ਚਾਹੁੰਦੇ ਹੋ ਸਾਨੂੰ? ਗੀਤ ਜਾਂ ਗਜ਼ਲ? ਮੈਂ ਗੀਤ ਤੁਹਾਨੂੰ ਸੁਣਾਉਂਗਾ ਜੀ। ਪ੍ਰੋਫੈਸਰ ਮੋਹਨ ਸਿੰਘ ਹੋਏ ਸਾਡੀ ਯੂਨੀਵਰਸਿਟੀ ਦੇ ਹੀ, ਜੀ।
ਉਹਨਾਂ ਦਾ ਇੱਕ ਗੀਤ ਛੋਟਾ ਜਿਹਾ। ਬਹੁਤੀ ਬੀਤ ਗਈ ਵਾਦਿਆਂ ਤੇ ਲਾਰਿਆਂ ਦੇ ਨਾਲ, ਬਹੁਤੀ ਬੀਤ ਗਈ ਵਾਦਿਆਂ ਤੇ ਲਾਰਿਆਂ ਦੇ ਨਾਲ, ਬਾਕੀ ਕੱਟ ਲਾਂਗੇ ਯਾਦਾਂ ਦੇ ਸਹਾਰਿਆਂ ਦੇ ਨਾਲ। ਬਹੁਤੀ ਬੀਤ ਗਈ ਵਾਦਿਆਂ ਤੇ ਲਾਰਿਆਂ ਦੇ ਨਾਲ। ਅਸਾਂ ਇਸ਼ਕ ਨੂੰ ਹੰਢਾਇਆ ਹੱਡ ਮਾਸ ਦੀ ਤਰ੍ਹਾਂ, ਅਸਾਂ ਇਸ਼ਕ ਨੂੰ ਹੰਢਾਇਆ ਹੱਡ ਮਾਸ ਦੀ ਤਰ੍ਹਾਂ। ਉਹਨਾਂ ਪਹਿਨਿਆ ਪ੍ਰੀਤ ਨੂੰ ਲਿਬਾਸ ਦੀ ਤਰ੍ਹਾਂ, ਲਿਬਾਸ ਦੀ ਤਰ੍ਹਾਂ। ਹੁਣ ਲੜੇ ਕੌਣ ਜਾਨ ਤੋਂ ਪਿਆਰਿਆਂ ਦੇ ਨਾਲ, ਬਾਕੀ ਕੱਟ ਲਾਂਗੇ ਯਾਦਾਂ ਦੇ ਸਹਾਰਿਆਂ ਦੇ ਨਾਲ। ਬਹੁਤੀ ਬੀਤ ਗਈ ਵਾਦਿਆਂ ਤੇ ਲਾਰਿਆਂ ਦੇ ਨਾਲ। ਵਾਹ ਜੀ ਵਾਹ, ਬਹੁਤ ਅੱਛੇ, ਬਹੁਤ ਖੂਬ ਜੀ ਕਰਦਾ ਹੈ ਕਿ ਸੁਣੀ ਜਾਈਏ ਤੁਹਾਡੇ ਕੋਲੋਂ ਗੀਤ ਗਜ਼ਲ। ਹੁਣ ਆਪਾਂ ਗਜ਼ਲ ਵੀ ਸੁਣਾਂਗੇ ਥੋੜੀ ਦੇਰ ਬਾਅਦ, ਪਰ ਪਹਿਲਾਂ ਅਸੀਂ ਜਾਣਨਾ ਚਾਹੁੰਦੇ ਹਾਂ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਸੰਗੀਤ ਦੀ ਸਿੱਖਿਆ ਲਈ ਮਹਾਨ ਦਿਗਗਜਾਂ ਕੋਲੋਂ, ਤੇ ਤੁਸੀਂ ਵੀ ਹੁਣ ਸੰਗੀਤ ਦੀ ਸਿੱਖਿਆ ਦਿੰਦੇ ਹੋ। ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਉਹ ਸਿੱਖਦੇ ਨੇ ਮਿਊਜ਼ਿਕ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਹਰ ਜਿਹੜਾ ਗੁਰੂ ਹੈ ਉਹ ਸਹੀ ਤਰੀਕੇ ਨਾਲ ਸਿਖਾ ਪਾ ਰਿਹਾ ਹੈ? ਮਤਲਬ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ ਕਿ ਸੰਗੀਤ ਸਿਖਾਉਣ ਦਾ ਸਹੀ ਤਰੀਕਾ ਕੀ ਹੈ? ਮੈਡਮ, ਸੰਗੀਤ ਸਾਡਾ ਪੰਜਾਬ 'ਚ ਕਦੇ ਬਹੁਤ ਉન્નਤੀ ਤੇ ਸੀਗਾ, ਬਹੁਤ ਤਰੱਕੀ ਤੇ ਸੀ ਜੀ। ਜਿਵੇਂ ਜਿਵੇਂ ਸਮਾਂ ਚੇਂਜ ਹੋਇਆ, ਲੋਕਾਂ ਦਾ ਐਟੀਟਿਊਡ ਵੀ ਬੜਾ ਚੇਂਜ ਹੋ ਗਿਆ। ਪਰ ਸੰਗੀਤ ਇੱਕ ਐਸੀ ਕਲਾ ਹੈ, ਇਹਦੀ ਜਿਹੜੀ ਸਾਧਨਾ ਦਾ ਢੰਗ ਹੈ ਨਾ, ਉਹ ਕਾਫੀ ਅਰਸੇ ਤੋਂ ਉਹੀ ਚੱਲ ਰਿਹਾ ਹੈ ਜੀ। ਔਰ ਉਹ ਸਫਲ ਢੰਗ ਹੈ। ਪ੍ਰੈਕਟਿਸ ਕਰਨਾ, ਅਭਿਆਸ ਕਰਨਾ, ਗੁਰੂ ਨੂੰ ਸਮਝਣਾ, ਅੱਛਾ ਗੁਰੂ ਹੋਏ ਸਿਖਾਉਣ ਵਾਲਾ ਔਰ ਸਿੱਖਣ ਵਾਲਾ ਸਟੂਡੈਂਟ, ਉਹਦੇ 'ਚ ਭਗਤੀ ਭਾਵਨਾ ਸੰਗੀਤ ਪ੍ਰਤੀ ਹੋਏ ਜੀ, ਤੇ ਫਿਰ ਇਹ ਦੋਨੋਂ ਪਕਸ਼ ਮਿਲ ਕੇ ਜਦੋਂ ਚੱਲਦੇ ਆ ਤੇ ਫਿਰ ਸੰਗੀਤ ਤਰੱਕੀ ਕਰਦਾ ਹੈ। ਪਰ ਅੱਜ ਕੱਲ੍ਹ ਸਾਡਾ ਸੰਗੀਤ ਕਾਪੀ ਕਲਚਰ ਬਣ ਕੇ ਰਹਿ ਗਿਆ। ਕਾਲਜਾਂ, ਸਕੂਲਾਂ, ਯੂਨੀਵਰਸਿਟੀ 'ਚ ਆਮ ਤੌਰ 'ਤੇ 100% ਲੋਕ ਕਾਪੀਆਂ 'ਚ ਲਿਖਦੇ ਆ ਔਰ ਕਾਪੀਆਂ 'ਚ ਲਿਖ ਕੇ ਉਹਨਾਂ ਨੂੰ ਛੱਡ ਦਿੰਦੇ ਆ, ਕਹਿੰਦੇ ਚਲੋ ਕੋਈ ਨਹੀਂ, ਘਰ ਜਾ ਕੇ ਦੇਖ ਲਾਂਗੇ ਜੀ, ਇਸ ਤਰ੍ਹਾਂ ਕੋਈ ਨਹੀਂ, ਹੌਲੀ ਹੌਲੀ ਹੋ ਜਾਏਗਾ, ਹੋ ਜਾਏਗਾ। ਮੈਂ ਤੁਹਾਨੂੰ ਆਪਣੇ ਬਾਰੇ 'ਚ ਵਿੱਚ ਦੱਸ ਰਿਹਾ ਕਿ ਅਸੀਂ ਕੋਈ ਚੀਜ਼ ਲਿਖੀ ਨਹੀਂ ਸੀ, ਪ੍ਰੈਕਟੀਕਲ ਕਰਦੇ ਸੀ, ਕੋਈ ਚੀਜ਼ ਨਹੀਂ ਲਿਖੀ ਜੀ। ਗੁਰੂ ਦੇ ਸਾਹਮਣੇ ਬੈਠ ਕੇ ਉਸ ਚੀਜ਼ ਨੂੰ ਯਾਦ ਕਰਨਾ, ਉਸ ਚੀਜ਼ ਦਾ ਰਿਆਜ਼ ਕਰਨਾ ਔਰ ਫਿਰ ਉਹਨੂੰ ਮਨ 'ਚ ਬਿਠਾਣਾ ਜੀ। ਕਾਪੀ 'ਚ ਲਿਖਣਾ ਕੋਈ ਬੁਰੀ ਗੱਲ ਨਹੀਂ ਜੀ, ਕਾਪੀ 'ਚ ਇਸ ਕਰਕੇ ਲਿਖਿਆ ਜਾਂਦਾ ਕਿ ਸਾਨੂੰ ਕੋਈ ਚੀਜ਼ ਭੁੱਲ ਗਈ ਹੈ ਤੇ ਉਹਨੂੰ ਰਿਵਾਈਜ਼ ਕਰ ਲਈਏ ਜੀ। ਔਰ ਸਾਡੇ ਇੱਥੇ ਹੈ ਕਿ ਜੋ ਟੀਚਰ 10 ਸਾਲ ਤੋਂ ਜਿਹੜੀ ਚੀਜ਼ ਸਿਖਾ ਰਹੇ ਨੇ ਨਾ, ਉਹੋ ਹੀ ਚੀਜ਼ਾਂ ਸਿਖਾਈ ਜਾਂਦੇ ਨੇ, ਉਹਨਾਂ 'ਚ ਚੇਂਜ ਕੋਈ ਨਹੀਂ ਜੀ। ਸਭ ਤੋਂ ਵੱਡੀ ਚੇਂਜ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜੋ 10 ਸਾਲ ਪਹਿਲੇ ਮੈਂ ਬੰਦਿਸ਼ ਕਿਸੇ ਰਾਗ ਦੀ ਸਿੱਖੀ, ਉਹੋ ਹੀ ਬੰਦਿਸ਼ ਅੱਜ ਵੀ ਸਿਖਾਈ ਜਾ ਰਹੀ ਹੈ, ਉਸੇ ਤਰ੍ਹਾਂ ਸਿਖਾਈ ਜਾ ਰਹੀ ਹੈ। ਮੈਂ ਜਦੋਂ ਬੰਦਿਸ਼ਾਂ ਸਿਖਾਣਾ, ਜੇ ਕਿਤਾਬ ਵਿੱਚ ਕੋਈ ਨੁਕਸ ਹੁੰਦਾ ਹੈ ਤੇ ਮੈਂ ਉਹਨੂੰ ਠੀਕ ਕਰਕੇ ਸਿਖਾਣਾ ਜੀ, ਇਹ ਬਹੁਤ ਜ਼ਰੂਰੀ ਹੈ ਜੀ। ਔਰ ਮੇਨ ਇਹ ਹੈ ਕਿ ਲੋਕਾਂ ਦਾ ਜਿਹੜਾ ਐਟੀਟਿਊਡ ਹੈ ਨਾ, ਉਹ ਬੜਾ ਬਦਲ ਗਿਆ। ਸਾਧਨਾ ਕਰਨਾ ਨਹੀਂ ਚਾਹੁੰਦੇ ਜੀ, ਉਹ ਚਾਹੁੰਦੇ ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ। ਹਾਂ, ਉਹ ਚਾਹੁੰਦੇ ਅਸੀਂ ਬਸ 2 ਮਹੀਨੇ ਸਿੱਖੀਏ ਜੀ ਔਰ ਅਸੀਂ ਲਾਈਵ ਸ਼ੋਅ 'ਚ ਜਾਈਏ, 4-6 ਗੀਤ ਗਾਈਏ ਤੇ ਸਫਲ। ਉਹ ਨਾ ਉਹਨਾਂ ਕੋਲੋਂ ਗੀਤ ਗਾਏ ਜਾਂਦੇ, ਨਾ ਉਹ ਸਿੱਖਿਆ ਜਾਂਦਾ, ਉਹ ਫਿਰ ਭਟਕਦੇ ਨੇ। ਕਈ ਲੋਕਾਂ ਨੇ ਕਿ ਪਿੱਛੇ ਕੈਸਟ ਯੁੱਗ ਚੱਲਿਆ ਸੀ, ਆਪਣੇ ਘਰਾਂ ਦੀਆਂ ਜ਼ਮੀਨਾਂ ਵੇਚ ਕੇ ਗਾਣੇ ਕਢਵਾਤੇ 10-10, ਉਹ ਡੱਬਿਆਂ 'ਚ ਹੀ ਰਹਿ ਗਏ, ਕਿਉਂਕਿ ਉਹਨਾਂ ਦੀ ਟ੍ਰੇਨਿੰਗ ਨਹੀਂ ਸੀ, ਸਵਰ ਸਾਧਨਾ ਨਹੀਂ ਸੀ ਜੀ। ਇਹ ਬਹੁਤ ਜ਼ਰੂਰੀ ਹੈ ਕਿ ਸੰਗੀਤ ਦੀ ਸਿੱਖਿਆ ਜੇ ਲੈਣੀ ਹੈ ਜੀ ਤੇ ਬੱਚੇ ਨੂੰ ਕਿਸੇ ਅੱਛੇ ਟੀਚਰ ਕੋਲ ਲੈ ਜਾਓ ਜੀ, ਉਹਨੂੰ ਉਹਦੀ ਆਵਾਜ਼ ਟੈਸਟ ਕਰਾਓ। ਜੇ ਉਹ ਸਿੱਖ ਸਕਦਾ ਹੈ ਤੇ ਅੱਛੀ ਗੱਲ ਹੈ, ਜੇ ਨਹੀਂ ਸਿੱਖ ਸਕਦਾ ਤੇ ਫਿਰ ਮੁਸ਼ਕਿਲ ਆ। ਪਰ ਅੱਜ ਕੱਲ੍ਹ ਦੇ ਟੀਚਰ ਵੀ ਕਹਿੰਦੇ ਨੇ ਵੀ ਕੰਮ ਠੀਕ ਹੈ, ਆ ਜਾਏ ਕੋਈ ਵੀ ਆਏ ਜੀ। ਹੋਣਾ ਇਹ ਚਾਹੀਦਾ, ਮੇਰੇ ਕੋਲ ਜੇ ਕੋਈ ਆਉਂਦਾ ਤੇ ਮੈਂ ਉਹਨਾਂ ਦੀ ਆਵਾਜ਼ ਸੁਣ ਕੇ ਪਹਿਲੇ
ਇਹ ਨਹੀਂ ਕਹਿੰਦਾ ਵੀ ਤੁਸੀਂ ਸਿੱਖਣ ਆ ਜਾਓ ਇਹ ਹੈ ਉਹ ਹੈ। ਮੈਂ ਉਹਨਾਂ ਨੂੰ ਕਹਿੰਦਾ ਵੀ ਦੇਖੋ ਜੇ ਤੇ ਉਹ ਠੀਕ ਹੈ ਤੇ ਉਸ ਬੱਚੇ ਨੂੰ ਸਿਖਾਉਣ ਵਾਸਤੇ ਸ਼ੁਰੂ ਕਰਨ ਦੀ ਮੈਂ ਹਾਮੀ ਭਰਦਾ ਜੀ। ਜੇ ਨਹੀਂ ਠੀਕ ਤਾਂ ਮੈਂ ਕਹਿੰਦਾ ਬੇਟਾ ਆਪਣਾ ਟਾਈਮ ਨਾ ਵੇਸਟ ਕਰੋ। ਉਹਨਾਂ ਦੇ ਪੇਰੈਂਟਸ ਨੂੰ ਵੀ ਕਹਿਣਾ ਜੀ ਟਾਈਮ ਵੇਸਟ ਨਾ ਕਰੋ, ਤੁਸੀਂ ਕਿਸੇ ਹੋਰ ਪਾਸੇ ਆਪਣੀ એનર્ਜੀ ਨੂੰ ਲਗਾਓ। ਜੀ ਬਿਲਕੁਲ। ਤੁਸੀਂ ਬਹੁਤ ਸਾਰੇ ਸ਼ਾਗਿਰਦ ਜਿਹੜੇ ਨੇ ਤੁਹਾਡੇ ਆ, ਬਹੁਤ ਸਾਰੇ ਸ਼ਾਗਿਰਦਾਂ ਨੂੰ ਤੁਸੀਂ ਸਿਖਾਉਂਦੇ ਹੋ। ਕੁਝ ਖਾਸ ਚੁਣਿੰਦਾ ਸ਼ਾਗਿਰਦਾਂ ਬਾਰੇ ਜਾਣਨਾ ਚਾਹੁੰਦੇ ਆ ਜਿਨ੍ਹਾਂ ਨੇ ਤੁਹਾਡਾ ਤੇ ਆਪਣਾ ਨਾਮ ਰੋਸ਼ਨ ਕੀਤਾ। ਤੁਸੀਂ ਗੱਲ ਇਹ ਹੈ ਕਿ ਮੈਂ ਹੁਣ ਰੀਸੈਂਟਲੀ ਕੁਝ ਸਟੂਡੈਂਟਸ ਨੂੰ ਐਮਏ ਕਰਵਾਈ, ਹਾਲਾਂਕਿ ਕਿਉਂਕਿ ਮੇਰੀ ਯੂਨੀਵਰਸਿਟੀ 'ਚ ਕੋਈ ਐਮਏ ਦਾ ਜਾਂ ਕੋਈ ਚੱਕਰ ਨਹੀਂ ਸੀ ਜੀ। ਪ੍ਰਾਈਵੇਟਲੀ ਸਿਖਾਇਆ ਉਹਨਾਂ ਨੂੰ, ਉਹਨਾਂ ਨੇ ਯੂਨੀਵਰਸਿਟੀ ਟੌਪ ਕੀਤਾ। ਔਰ ਇੱਕ ਲੜਕਾ ਇਹੋ ਜਿਹਾ ਸੀ ਜੀ ਜਿਹਨੇ +2 ਤੋਂ ਬਾਅਦ BCA ਕੀਤੀ ਔਰ ਉਹਨੂੰ ਮੈਂ ਨਾਲ ਸੰਗੀਤ ਵਿਸ਼ਾਰਦ ਦਾ ਐਗਜ਼ਾਮ ਦਿਲਵਾ ਦਿੱਤਾ ਜੀ। ਔਰ ਉਹ ਅੱਛਾ ਸੀ ਔਰ ਮੈਨੂੰ ਕਹਿੰਦਾ ਸਰ BCA 'ਚ ਦਿਲ ਨਹੀਂ ਲੱਗਿਆ। ਮੈਂ ਕਿਹਾ ਫਿਰ ਦਿਲ ਕਿੱਥੇ ਲੱਗਦਾ ਹੈ? ਕਹਿੰਦਾ ਸੰਗੀਤ 'ਚ। ਐਮਏ ਕਰਨੀ ਚਾਹਨਾ ਜੀ। ਮੈਂ ਕਿਹਾ ਕਿੱਥੋਂ ਕਰਨੀ ਹੈ? ਕਹਿੰਦਾ ਪਟਿਆਲੇ ਤੋਂ। ਤੇ ਮੈਂ ਪਤਾ ਕੀਤਾ ਤੇ ਉਹ ਕਹਿੰਦੇ ਇਹਨਾਂ ਦਾ ਐਡਰੈਸ, ਇਹਨਾਂ ਦਾ ਐਂਟਰੈਂਸ ਟੈਸਟ ਦਿਲਵਾ ਦਿਓ ਜੀ। ਦਿਲਵਾਤਾ, ਉੱਥੇ ਐਡਮਿਸ਼ਨ ਇਹਨਾਂ ਦੀ ਹੋ ਗਈ ਔਰ ਮੈਨੂੰ ਬੜਾ ਅੱਛਾ ਲੱਗਿਆ। ਕਹਿੰਦੇ ਤੁਹਾਡਾ ਇਹ ਬੱਚਾ ਬਹੁਤ ਅੱਛਾ ਹੈ, ਇਹੋ ਜਿਹੇ ਬੱਚੇ ਤਾਂ ਸਾਨੂੰ ਚਾਹੀਦੇ ਨੇ ਜੀ। ਤੇ ਉਸ ਬੱਚੇ ਨੇ ਯੂਨੀਵਰਸਿਟੀ 'ਚ ਬੜਾ ਅੱਛਾ ਆਪਣਾ ਐਸਟੈਬਲਿਸ਼ਮੈਂਟ ਕੀਤੀ, ਬਾਅਦ 'ਚ ਉਹਨੇ ਐਮਫਿਲ ਕੀਤੀ ਜੀ। ਹੁਣ ਉਹ ਮਿਊਜ਼ਿਕ 'ਚ PhD ਫੈਲੋਸ਼ਿਪ ਲੈ ਕੇ ਕਰ ਰਿਹਾ। ਕੀ ਬਾਤ ਹੈ। ਔਰ ਇਸੇ ਤਰ੍ਹਾਂ ਹੋਰ ਵੀ ਸਿਤਾਰੇ ਜਿਹੜੇ ਨੇ ਬਾਲੀਵੁੱਡ ਦੇ, ਬਾਲੀਵੁੱਡ ਦੇ ਹੋਰ ਵੀ ਕੁਝ ਹੈ ਨੇ, ਪਰ ਮੈਂ ਨਾਮ ਨਹੀਂ ਲਾਉਂਗਾ ਕਿਉਂਕਿ ਕੁਝ ਭੁੱਲ ਜਾਂਦਾ ਬੰਦਾ, ਫਿਰ ਉਹ ਅੱਛਾ ਨਹੀਂ ਲੱਗਦਾ। ਤੇ ਇੱਕ ਮੇਨ ਲੜਕੀ ਦਾ ਜ਼ਿਕਰ ਕਰਨਾ ਚਾਹਾਂਗਾ, ਉਹ ਬਿਹਾਰ ਤੋਂ ਆਈ। ਉਹਨੇ ਮੇਰੇ ਕੋਲ ਸੰਗੀਤ ਸਿੱਖਣਾ ਸ਼ੁਰੂ ਕੀਤਾ ਤੇ ਮੈਨੂੰ ਉੱਥੋਂ ਕਿਸੇ ਨੇ ਕਿਹਾ ਕਿ ਲੜਕੀ ਕੋਈ ਜਾਂ ਲੜਕਾ ਕੋਈ ਐਮਏ ਕਰਨਾ ਚਾਹੇ ਤੇ BA ਜਿਹਨੇ ਮਿਊਜ਼ਿਕ 'ਚ ਨਾ ਕੀਤੀ ਹੋਏ ਜੀ, ਸਬਜੈਕਟ ਨਾ ਲੈ ਕੇ। ਉਹ ਮੇਰੇ ਕੋਲ ਇੱਕ ਲੜਕੀ ਸੀ, ਮੈਂ ਉਹਦਾ ਐਗਜ਼ਾਮ ਦਿਲਵਾਇਆ, ਉਹਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਟੌਪ ਕੀਤਾ। ਕੀ ਬਾਤ ਹੈ, ਬਹੁਤ ਇਸੇ ਤਰ੍ਹਾਂ ਕਿਉਂਕਿ ਸੰਗੀਤ ਸਿਖਾਉਣ ਦੀ ਵਿਧੀ ਜਿਹੜੀ ਹੈ ਉਹ ਬੰਦੇ ਦੀ ਠੀਕ ਹੋਣੀ ਚਾਹੀਦੀ, ਫਿਰ ਹਮੇਸ਼ਾ ਪ੍ਰਾਪਤੀਆਂ ਹੀ ਪ੍ਰਾਪਤੀਆਂ ਜੀ। ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਜਾਇਜ਼ ਹੈ ਕਿ ਤੁਹਾਡੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਵੀ ਤੁਹਾਡੇ ਨਾਲ ਜੁੜੀਆਂ ਹੋਈਆਂ ਹੋਣਗੀਆਂ। ਕੋਈ ਇਹੋ ਜਿਹੀ ਯਾਦ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ, ਕੋਈ ਖੱਟੀ ਹੋਏ ਜਾਂ ਫਿਰ ਉਹ ਮਿੱਠੀ ਹੋਏ? ਮੈਡਮ ਇਸ ਤਰ੍ਹਾਂ ਜਦੋਂ ਮੈਂ ਸਕੂਲ ਅੰਮ੍ਰਿਤਸਰ 'ਚ ਦਾਖਲ ਹੋਇਆ ਜੀ ਤੇ 3-4 ਦਿਨ ਬਾਅਦ ਪੌੜੀਆਂ ਤੋਂ ਪੈਰ ਫਿਸਲਣ ਕਰਕੇ ਮੈਂ ਗਿਰ ਗਿਆ। ਮੇਰੇ ਨਾਲ 2 ਦੋਸਤ ਹੋਰ ਸੀਗੇ ਜੀ। ਮੈਂ ਸਭ ਤੋਂ ਨੀਚੇ, ਮੇਰੀ ਹੈਲਥ ਉਸ ਵੇਲੇ ਇੰਨੀ ਅੱਛੀ ਨਹੀਂ ਸੀ ਤੇ ਮੇਰੀ ਬਾਂਹ ਟੁੱਟ ਗਈ ਹੈ ਸੱਜੀ ਜੀ। ਔਰ ਫਿਰ ਘਰ ਆਉਣਾ ਪਿਆ ਮੈਨੂੰ ਜਲੰਧਰ। ਔਰ ਕਿਉਂਕਿ ਅੰਮ੍ਰਿਤਸਰ ਤੋਂ ਇਲਾਜ ਚੱਲ ਰਿਹਾ ਸੀ, ਤੀਜੇ ਚੌਥੇ ਦਿਨ ਅੰਮ੍ਰਿਤਸਰ ਆਉਣਾ ਪੈਂਦਾ ਸੀ। ਘਰ ਦੇ ਕਹਿੰਦੇ ਨਹੀਂ ਭੇਜਣਾ ਤੈਨੂੰ ਜੀ। ਫਿਰ ਮੈਂ ਖੈਰ ਉਹਨਾਂ ਨੂੰ ਮਨਾ ਲਿਆ, ਫਿਰ ਚਲੇ ਗਏ ਸਕੂਲ 'ਚ। ਫਿਰ ਲਗਭਗ ਉਹ ਬਾਂਹ ਠੀਕ ਹੋ ਗਈ ਤੇ ਦੂਸਰੀ ਬਾਂਹ ਇੱਕ ਖੇਲ ਸੀਸਾ ਹੁੰਦਾ ਉਹ ਫੱਟੇ ਵਾਲਾ ਜੀ, ਤੇ ਉਹਦੇ ਤੇ ਅਸੀਂ ਬੈਠੇ ਹੋਏ ਸੀ ਤੇ ਉਧਰੋਂ ਕਿਸੇ ਨੇ ਫੱਟਾ ਪਿੱਛੇ ਬਾਕੀਆਂ ਨੇ ਛੱਡਤਾ, ਉਹ ਗਿਰ ਗਏ। ਫਿਰ ਮੇਰੀ ਖੱਬੀ ਬਾਂਹ ਵੀ ਟੁੱਟ ਗਈ ਉੱਥੋਂ ਹੀ। ਇਹ ਮੈਨੂੰ ਯਾਦ ਕਦੇ ਨਹੀਂ ਭੁੱਲਦੀ। ਔਰ ਮੈਂ ਸੋਚਦਾ ਸੀ ਵੀ ਹੁਣ ਮੇਰਾ ਕੰਮ ਚੱਲਣਾ ਮੁਸ਼ਕਿਲ ਹੈ ਤੇ ਘਰਦਿਆਂ ਨੇ ਵੀ ਰੋਕਤਾ। ਫਿਰ ਸਕੂਲ ਖੈਰ ਚਲੇ ਗਏ। ਬਸ ਫਿਰ ਸਰਸਵਤੀ ਮਾਂ ਦੀ, ਪ੍ਰਮਾਤਮਾ ਦੀ ਇੰਨੀ ਕਿਰਪਾ ਹੋਈ ਕਿ ਕਦੇ ਕੋਈ ਕਸ਼ਟ ਨਹੀਂ ਆਇਆ, ਕਦੇ ਕੋਈ ਸਮੱਸਿਆ ਨਹੀਂ ਆਈ। ਬਸ ਚੱਲ ਸੋ ਚੱਲ, ਚੱਲਦਾ ਰਿਹਾ ਕੰਮ। ਬਿਲਕੁਲ, ਇਹ ਲਗਾਤਾਰ ਅਸੀਂ ਚਾਹੁੰਦੇ ਹਾਂ ਕਿ ਚੱਲਦਾ ਰਹੇ। ਹੁਣ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ, ਤੁਹਾਡੇ ਗੀਤ ਸੁਣ ਕੇ ਬਹੁਤ ਸਾਰੇ ਇਹੋ ਜਿਹੇ ਦਰਸ਼ਕ ਹੋਣਗੇ, ਨੌਜਵਾਨ ਹੋਣਗੇ ਜਿਹੜੇ ਇਸ ਚੀਜ਼ ਦੀ ਤਾਲੀਮ ਲੈਣਾ ਚਾਹੁੰਦੇ ਹੋਣਗੇ, ਕਲਾਸੀਕਲ ਜਿਹੜਾ ਮਿਊਜ਼ਿਕ ਸਿੱਖਣਾ ਚਾਹੁੰਦੇ ਹੋ। ਉਹਨਾਂ ਨੂੰ ਤੁਸੀਂ ਦੱਸਣਾ ਚਾਹੋਗੇ ਕਿ ਕਿੱਥੇ ਕਿੱਥੇ ਕੋਰਸਿਸ ਇਹ ਕਰਾਏ ਜਾਂਦੇ ਨੇ, ਸਕੂਲਾਂ ਕਾਲਜਾਂ ਤੋਂ ਇਲਾਵਾ ਕਿੱਥੇ ਉਹ ਐਡਮਿਸ਼ਨ ਲੈ ਸਕਦੇ ਆ? ਗੱਲ ਇਹ ਸਕੂਲਾਂ ਕਾਲਜਾਂ ਵਿੱਚ ਹੀ ਜ਼ਿਆਦਾ ਅੱਜ ਕੱਲ੍ਹ ਹੈ ਨੇ, ਅਦਰਵਾਈਜ਼ ਕੋਈ ਖਾਸ ਸੰਸਥਾ ਇਹੋ ਜਿਹੀ ਨਹੀਂ ਹੈ ਜਿਹੜੀ ਸਰਕਾਰੀ ਤੌਰ ਤੇ ਸਿਰਫ ਸੰਗੀਤ ਦੀ ਸਿੱਖਿਆ ਦੇ ਸਾਡੇ ਪੰਜਾਬ 'ਚ। ਤੇ ਇੱਕ ਹੈ ਇਸ਼ਮੀਤ ਅਕੈਡਮੀ, ਉੱਥੇ ਵੀ ਜ਼ਿਆਦਾ ਲਾਈਟ ਮਿਊਜ਼ਿਕ ਹੁੰਦਾ, ਫੋਕ ਮਿਊਜ਼ਿਕ ਹੁੰਦਾ, ਕਲਾਸੀਕਲ ਮਿਊਜ਼ਿਕ ਨਹੀਂ ਹੁੰਦਾ ਜੀ। ਅੱਛਾ ਇਹ ਹੈ ਕਿ ਜੇ ਕਿਸੇ ਨੂੰ ਦੇਣ ਹੈ ਤੇ ਉਹ ਕਿਸੇ ਅੱਛੇ ਗੁਰੂ ਕੋਲੋਂ ਜਾ ਕੇ ਤਾਲੀਮ ਲਏ, ਕਿਉਂਕਿ ਸੰਗੀਤ ਦੀ ਤਾਲੀਮ ਜਿਹੜੀ ਉਹ ਵੈਸੇ ਨਹੀਂ ਵਿਕਦੀ ਜੀ, ਇਹ ਪਿਆਰ ਨਾਲ ਲਈ ਜਾਂਦੀ ਹੈ, ਪੈਸੇ ਦੇ ਜ਼ੋਰ 'ਤੇ ਨਹੀਂ ਆ ਸਕਦੀ। ਔਰ ਰੱਬ ਵੱਲੋਂ ਥੋੜੀ ਦੇਣ ਹੋਣੀ ਚਾਹੀਦੀ ਹੈ। ਦੇਖੋ ਨਾ, ਜੇ ਜ਼ਮੀਨ ਉਪਜਾਊ ਹੋਏਗੀ ਤਾਂ ਹੀ ਉਹਦੇ 'ਚ ਅਨਾਜ ਅੱਛਾ ਹੋਏਗਾ ਨਾ ਜੀ। ਜੇ ਰੇਤੀਲੀ ਜਾਂ ਹੋਰ ਉਬੜ ਖਬੜ ਹੋਏਗੀ ਜ਼ਮੀਨ, ਉਹਦੇ 'ਚ ਤਾਕਤ ਨਹੀਂ ਹੋਏਗੀ ਤਾਂ ਕੁਝ ਨਹੀਂ ਹੋਣਾ ਜੀ। ਤੇ ਅੱਛਾ ਜਿਹੜਾ ਸਾਡਾ ਅਧਿਆਪਕ, ਕੋਈ ਵੀ ਸਾਡੇ ਸਾਥੀ ਨੇ, ਉਹ ਬੱਚਿਆਂ ਨੂੰ ਠੀਕ ਜੇ ਗਾਈਡ ਕਰਨ, ਆਪਣੀ ਐਨਰਜੀ ਸਭ ਤੇ ਨਾ ਲਗਾਉਣ, ਉਹਨਾਂ ਤੇ ਲਗਾਉਣ ਜਿਹੜਾ ਰੰਗ ਨਿਖਰ ਸਕਦਾ ਜੀ, ਉਹ ਬਹੁਤ ਅੱਛਾ ਰਹੇਗਾ। ਤੇ ਮੈਂ ਸਭ ਨੂੰ, ਇਹ ਪਿੰਡ ਸ਼ਹਿਰ ਸਭ
ਰਹਿਣ ਵਾਲੇ ਆਪਣੇ ਸਾਥੀਆਂ ਨੂੰ ਇਹ ਸਲਾਹ ਦਿਆਂਗਾ ਕਿ ਜੇ ਤੁਹਾਡਾ ਬੱਚਾ ਸੰਗੀਤ 'ਚ ਤਰੱਕੀ ਕਰਨਾ ਚਾਹੁੰਦਾ ਹੈ, ਕਿਸੇ ਅੱਛੇ ਟੀਚਰ ਦੇ ਲਾੜੋ ਨੂੰ ਲਾਓ, ਔਰ ਜੇ ਕਾਲਜ 'ਚ ਜਾਂ ਯੂਨੀਵਰਸਿਟੀ 'ਚ ਜਾਂ ਸਕੂਲ 'ਚ ਸੰਗੀਤ ਉਹਦੇ ਕੋਲ ਹੈ ਤੇ ਉੱਥੋਂ ਵੀ ਲਾਭ ਉਠਾਓ, ਉਧਰੋਂ ਵੀ ਲਾਭ ਉਠਾਓ, ਫਿਰ ਜ਼ਰੂਰ ਸਫਲ ਹੋਗੇ। ਜੀ ਇੱਕ ਤੁਹਾਡੇ ਮੁੱਖੋਂ ਮੈਂ ਸ਼ਬਦ ਸੁਣਿਆ ਸੀ ਰਿਆਜ਼। ਰਿਆਜ਼ ਕਿੰਨਾ ਕੁ ਜ਼ਰੂਰੀ ਹੈ ਇੱਕ ਕਲਾਕਾਰ ਦੇ ਲਈ? ਤੁਸੀਂ ਕਿੰਨਾ ਕੁ ਰਿਆਜ਼ ਕਰਦੇ ਹੋ? ਕਿ ਇਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਗਲਤ ਰਿਆਜ਼ ਕਰ ਲਿਆ ਤੇ ਜਿਹੜੀ ਆਵਾਜ਼ ਖਰਾਬ ਹੋ ਜਾਏਗੀ? ਮੈਡਮ ਗੱਲ ਇਹ ਹੈ, ਜੇ ਨਕਸ਼ੇ ਤੋਂ ਬਿਨਾਂ ਮਕਾਨ ਬਣਾਓਗੇ ਨਾ ਤੇ ਕਈ ਕਮੀਆਂ ਰਹਿ ਜਾਂਦੀਆਂ ਤੇ ਤੁਸੀਂ ਰਹਿਣਾ ਸ਼ੁਰੂ ਕੀਤਾ, ਉੱਥੇ ਮਹਿਸੂਸ ਕੀਤਾ ਹਾਂ ਇਹ ਚੀਜ਼ ਨਹੀਂ, ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਜੀ, ਜਿਹੜੇ ਆਰਕੀਟੈਕਟ ਨੇ ਉਹੀ ਬਣਾਉਣਗੇ। ਬਿਲਕੁਲ। ਔਰ ਸੰਗੀਤ ਦਾ ਵੀ ਇਸ ਤਰ੍ਹਾਂ ਹੀ ਹੈ ਕਿ ਬੱਚਾ ਕੱਲ ਟੀਚਰ ਕੋਲ ਗਿਆ ਸਿੱਖਣ, 2 ਦਿਨ 3 ਦਿਨ ਹੋ ਗਏ, ਉਹਨੇ ਕਿਹਾ ਬੇਟਾ ਰਿਆਜ਼ ਕਰਿਆ ਕਰੋ। ਜੀ, ਰਿਆਜ਼ ਦਾ ਮਤਲਬ ਉਹ ਸਮਝਾਤਾ ਪ੍ਰੈਕਟਿਸ। ਹੁਣ ਪ੍ਰੈਕਟਿਸ ਕਿਸ ਤਰ੍ਹਾਂ ਕਰੇ, ਕਿਉਂਕਿ ਘਰ ਤੇ ਹੋਰ ਕੋਈ ਜਾਣਕਾਰ ਹੈ ਨਹੀਂ। ਜੀ, ਮੇਰੇ ਅਨੁਸਾਰ ਰਿਆਜ਼ ਜਿਹੜਾ ਹੈ, ਅਭਿਆਸ, ਰਿਆਜ਼ ਅਭਿਆਸ ਉਰਦੂ 'ਚ ਕਹਿੰਦੇ ਨੇ ਰਿਆਜ਼, ਔਰ ਵੈਸੇ ਪ੍ਰੈਕਟਿਸ ਇੰਗਲਿਸ਼, ਔਰ ਜਿਹੜਾ ਅਭਿਆਸ ਹਿੰਦੀ 'ਚ। ਜੀ, ਉਹ ਜੇ ਤੁਸੀਂ ਆਪਣੇ ਗੁਰੂ ਦੇ ਸਾਹਮਣੇ ਰਿਆਜ਼ ਕਰੋਗੇ ਕਮ ਸੇ ਕਮ ਮਹੀਨਾ 2 ਮਹੀਨੇ, ਉਹ ਤੁਹਾਨੂੰ ਆਦਤ ਪੈਗੀ, ਉਹ ਰਿਆਜ਼ ਠੀਕ ਹੈ। ਜੀ, ਜੇ ਤੁਸੀਂ ਆਪਣੇ ਆਪ ਕਰੋਗੇ ਤਾਂ ਉਹ ਵਿਗੜ ਵੀ ਸਕਦਾ ਹੈ। ਅੱਛੀ ਚੀਜ਼ ਜਿਹੜੀ ਉਹ ਵਿਗੜ ਵੀ ਸਕਦੀ ਹੈ। ਇਸ ਕਰਕੇ ਰਿਆਜ਼ ਜਿਹੜਾ ਇੱਕਦਮ ਸ਼ੁਰੂ ਨਹੀਂ ਕਰਨਾ ਚਾਹੀਦਾ। ਕਈ ਲੋਕ ਕਹਿੰਦੇ ਨੇ ਜੀ ਖੜਜ ਦਾ ਰਿਆਜ਼ ਕਰੋ। ਜੀ, ਖੜਜ ਜਿਹੜਾ ਬੱਚੇ ਨੂੰ ਜੇ ਕੁਝ ਪਤਾ ਹੀ ਨਹੀਂ ਜੀ ਤੇ ਉਹ ਕੀ ਕਰੇਗਾ? ਮਤਲਬ ਜ਼ਰੂਰੀ ਹੈ ਕਿ ਰਿਆਜ਼ ਜਿਹੜਾ ਹੈ ਉਹ ਗੁਰੂਆਂ ਦੇ ਸਾਹਮਣੇ ਬੈਠ ਕੇ ਕੀਤਾ ਜਾਵੇ। ਰਾਤੋਂ ਰਾਤ ਸਟਾਰ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਵੀ ਜਜਮੈਂਟ ਤੇ ਜਾਂਦੇ ਹੋ, ਉੱਥੇ ਦੇਖਦੇ ਹੋ ਬਹੁਤ ਸਾਰੇ ਜਿਹੜੇ ਆ ਕਲਾਕਾਰ ਜਾਂ ਫਿਰ ਨੌਜਵਾਨ ਨੇ ਉਹ ਮਿਊਜ਼ਿਕ ਦੇ ਵਿੱਚ ਭਾਗ ਲੈਂਦੇ ਨੇ। ਕੀ ਕਹਿਣਾ ਚਾਹੁੰਦੇ ਹੋ ਕਿ ਕਿੰਨਾ ਕੁ ਰੁਝਾਨ ਹੈ ਸਾਡੀ ਨੌਜਵਾਨ ਪੀੜ੍ਹੀ ਦਾ ਕਲਾਸੀਕਲ ਮਿਊਜ਼ਿਕ ਦੇ ਵਿੱਚ? ਦੇਖੋ ਜੀ, ਹਰ ਕਾਲਜ, ਹਰ ਸਕੂਲ ਵਿੱਚ ਜੇ ਹਜ਼ਾਰਾਂ ਬੱਚੇ ਪੜ੍ਹਦੇ ਆ, ਸੈਂਕੜਾਂ ਬੱਚੇ ਪੜ੍ਹਦੇ ਆ ਜੀ, ਉਹਨਾਂ ਵਿੱਚੋਂ 2 4 6 8 ਅੱਛੇ ਵੀ ਨਿਕਲ ਜਾਂਦੇ ਨੇ। ਤੇ ਉੱਥੇ ਅਸੀਂ ਜਿਸ ਤਰ੍ਹਾਂ ਦੁੱਧ ਦੇ ਉੱਤੋਂ ਮਲਾਈ ਉਤਾਰੀ ਦੀ ਹੈ ਨਾ, ਉਸ ਤਰ੍ਹਾਂ ਅਸੀਂ ਮਲਾਈ ਨੂੰ ਆਪਣੇ ਵੱਲ ਜਿਹੜੇ ਅੱਛੇ ਬੱਚੇ ਨੇ ਉਹਨਾਂ ਨੂੰ ਲੈ ਆਉਂਦੇ ਹਾਂ ਜੀ, ਔਰ ਮੌਕਾ ਪੈਣ 'ਤੇ ਉਹਨਾਂ ਨੂੰ ਗਰੁੱਪ ਸੌਂਗ, ਗਰੁੱਪ ਸ਼ਬਦ, ਇੰਡੀਵਿਜੂਅਲ ਗੀਤ, ਗਜ਼ਲ, ਔਰ ਕਲਾਸੀਕਲ ਦੇ ਵਾਸਤੇ ਤਾਂ ਖੈਰ ਬਹੁਤ ਟ੍ਰੇਨਿੰਗ ਦੀ ਜ਼ਰੂਰਤ ਹੈ। ਉਹਨਾਂ ਨੂੰ ਲੈ ਆਉਂਦੇ ਹਾਂ ਅਸੀਂ ਆਪਣੇ ਇਸ ਯੂਥ ਫੈਸਟੀਵਲਾਂ ਵਿੱਚ ਜੀ। ਪਰ ਕਿਉਂਕਿ ਚਾਹੇ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰੋ, ਜੇ ਗਲੇ 'ਚ ਨਿਖਾਰ ਨਹੀਂ ਹੈ, ਗਲੇ ਦੀ ਪੋਜੀਸ਼ਨ ਠੀਕ ਨਹੀਂ ਹੈ, ਸਵਰ ਲਗਾਉਣ ਦੀ ਪੋਜੀਸ਼ਨ ਠੀਕ ਨਹੀਂ ਹੈ ਤੇ ਉਹ ਫਿਰ ਨੁਕਸਾਨਦਾਇਕ ਹੁੰਦਾ ਜੀ। ਬਾਕੀ ਜਿਹੜੇ ਬੱਚੇ ਆਪਣੇ ਲੈਵਲ ਤੇ ਤਿਆਰੀ ਕਰਦੇ ਆ, ਕਾਲਜ, ਸਕੂਲ, ਯੂਨੀਵਰਸਿਟੀ ਉਹਨਾਂ ਦਾ ਫਾਇਦਾ ਉਠਾਉਂਦੇ ਨੇ ਯੂਥ ਫੈਸਟੀਵਲ 'ਚ ਲਿਆ ਕੇ ਜੀ, ਔਰ ਉਹ ਯੂਨੀਵਰਸਿਟੀ ਔਰ ਕਾਲਜ ਵਾਸਤੇ ਨਾਮ ਕਮਾਉਂਦੇ ਨੇ। ਜੀ ਜੀ, ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਨੂੰ ਪਤਾ ਨਹੀਂ ਚੱਲਿਆ ਕਿ ਸਮਾਂ ਕਿਵੇਂ ਬੀਤ ਗਿਆ। ਤੁਸੀਂ ਇੰਨੇ ਸੋਹਣੇ ਗੀਤ, ਗਜ਼ਲਾਂ, ਜਿਹੜੇ ਭਜਨ ਸੁਣਾਏ ਆ, ਤੇ ਜਾਂਦੇ ਜਾਂਦੇ ਸਾਨੂੰ ਕੀ ਸੁਣਾਉਣਾ ਚਾਹੁੰਦੇ ਹੋ ਉਹ ਅਸੀਂ ਤੁਹਾਡੇ ਤੋਂ ਸੁਣਨਾ ਚਾਹਾਂਗੇ। ਇੱਕ ਗਜ਼ਲ ਜੀ। किसी से मेरी मंजिल का पता पाया नहीं जाता, किसी से मेरी मंजिल का पता पाया नहीं जाता, जहाँ मैं हूँ फरिश्तों से, जहाँ मैं हूँ फरिश्तों से, वहाँ आया नहीं जाता, किसी से मेरी मंजिल का पता पाया नहीं जाता। मोहब्बत के लिए कुछ खास दिल मकसूद